ਆਰਥਰ ਡੰਕਲ ਦੇ ਖਰੜੇ ਤੋਂ ਇੱਕ ਸਕੀਮ ਹੋਈ ਕਾਰਪੋਰੇਟ ਘਰਾਣਿਆਂ ਦੀ ਕਿ ਜ਼ਮੀਨਾਂ ਤੇ ਕਬਜ਼ੇ ਕੀਤੇ ਜਾਣ। ਇਹ ਜਿਹੜੇ ਆਰਡੀਨੈਂਸ ਨੇ ਉਹਦੀ ਆਖਰੀ ਪੌੜੀ ਨੇ ਸਾਡੇ ਕਿਸਾਨਾਂ ਨੂੰ ਬੇਜ਼ਮੀਨੇ ਕਰਨ ਲਈ ਔਰ ਪੂਰੀਆਂ ਜ਼ਮੀਨਾਂ ਉੱਤੇ ਜਿਹੜਾ ਕਾਰਪੋਰੇਟ ਘਰਾਣੇ ਨੇ ਉਹਨਾਂ ਵੱਲੋਂ ਆਪਦਾ ਕਬਜ਼ਾ ਜਮਾਉਣ ਵਾਸਤੇ। ਕੋਈ ਮੀਡੀਆ ਇਦਾਂ ਦੇਗਾ ਜਦੋਂ ਪਾਕਿਸਤਾਨ ਨਾਲ ਜਾਂ ਚਾਈਨਾ ਦੀ ਗੱਲ ਆਉਂਦੀ ਹੈ ਤਾਂ ਬੜਾ ਹੁਬਰ ਕੇ ਜਿਹੜੇ ਬਿਆਨ ਦਿੰਦਾ ਤੇ ਕਿਸਾਨ ਸੜਕਾਂ ਤੇ ਉਹਨਾਂ ਦਿਖਾਏ ਨਹੀਂ। ਚੈਲੰਜ ਦੇਣਾ ਕਿ ਇਹਨਾਂ ਚੋਂ ਕੋਈ ਵੀ ਮੇਰੇ ਨਾਲ ਆ ਕੇ ਬੈਠੇ, ਮੈਂ ਅੱਧੇ ਘੰਟੇ ਦੀ ਡਿਬੇਟ ਦੇ ਵਿੱਚ ਇਹਨਾਂ ਨੂੰ ਝੂਠਾ ਕਰਕੇ ਉਠਾਵਾਂਗਾ। ਉਹ ਕਹਿੰਦੀ ਵੀ ਨੁਕਸਾਨ ਕੋਈ ਨਹੀਂ, ਫਾਇਦੇ ਹੈਗੇ ਨੇ, ਪਰ ਕੇਂਦਰ ਦੀ ਸਰਕਾਰ ਕਿਸਾਨਾਂ ਨੂੰ ਦੱਸ ਨਹੀਂ ਸਕੀ ਫਾਇਦੇ। ਵੀ ਪਹਿਲੋਂ ਭਾਈ ਇਹਨਾਂ ਨੂੰ ਪੂਰੀ ਤਰ੍ਹਾਂ ਜਕੜ ਲਓ, ਫਾਇਦੇ ਦੱਸੋ, ਇਹਨਾਂ ਨੂੰ ਵਰਗਲਾਓ, ਫਿਰ ਭਾਵੇਂ ਕਰੋ, ਸਾਨੂੰ ਕੋਈ ਇਤਰਾਜ਼ ਨਹੀਂਗਾ। ਜੇ ਸੁਖਬੀਰ ਬਾਦਲ ਦੀ ਗੱਲ ਕਰੀਏ ਤਾਂ ਉਹ ਵਿਚਾਰਾ ਮਤਲਬ ਉਹ ਆਪਦਾ ਨਹੀਂ ਜਲੂਸ ਕਰਦਾ, ਉਹ ਸਾਡੇ ਪੰਜਾਬੀਆਂ ਸਾਰਿਆਂ ਦਾ ਜਲੂਸ ਕਰਦਾ ਕਿ ਪੰਜਾਬੀਆਂ ਦਾ ਲੀਡਰ ਇਸ ਕਿਹੋ ਜਿਹੇ ਚੁਣੇ ਹੋਏ ਨੇ ਇਹਨਾਂ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂਗਾ। ਉਹ ਪਾਰਲੀਮੈਂਟ 'ਚ ਕੁਝ ਬੋਲੀ ਜਾਂਦਾ ਹੈ, ਬਾਹਰ ਆ ਕੇ ਕੁਝ ਬੋਲੀ ਜਾਂਦਾ ਹੈ। ਕਈ ਵਾਰ ਇਲਜ਼ਾਮ ਵੀ ਲੱਗਦੇ ਨੇ ਕਿ ਜਦੋਂ ਕੋਈ ਕੰਮ ਨੇਪਰੇ ਚੜ੍ਹਦਾ ਹੈ ਤਾਂ ਜਿਹੜੇ ਇਹਨਾਂ ਦੇ ਆਗੂ ਨੇ ਕਿਤੇ ਨਾ ਕਿਤੇ ਸਮਝੌਤੇ ਕਰ ਜਾਂਦੇ। ਸਾਡੇ ਕਿਸਾਨ ਲੀਡਰਾਂ ਨੂੰ 10-10 ਕਰੋੜ ਦੀ ਰਿਸ਼ਵਤ ਤੱਕ ਦੀਆਂ ਆਫਰਾਂ ਅਸੀਂ ਉਹਦੇ ਸਬੂਤ ਦੇ ਸਕਨੇ ਹਾਂ, ਔਰ ਥੁੱਕਿਆ ਤੱਕ ਨਹੀਂ ਸਾਡੇ ਕਿਸਾਨਾਂ ਨੇ। ਅਕਾਲ ਚੈਨਲ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਹਾਂ ਜਗਮੀਤ ਸਿੰਘ ਖੱਪਿਆਂ ਵਾਲੀ। ਜਿਵੇਂ ਕਿ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਵਿਪਤਾ ਬਣੀ ਹੋਈ, ਪੰਜਾਬ ਤੇ ਨਹੀਂ ਜੇਕਰ ਗੱਲ ਕਰੀਏ ਤਾਂ ਹਰਿਆਣਾ ਰਾਜਸਥਾਨ ਦੇ ਵਿੱਚ ਜਿਹੜੇ ਕਿਸਾਨ ਖੇਤੀ ਕਰਦੇ ਉਹਨਾਂ ਤੇ ਵੀ ਬਹੁਤ ਵੱਡੀ ਜਿਹੜੀ ਵਿਪਤਾ ਬਣੀ ਹੋਈ ਹੈ। ਕਿਸਾਨ ਅੱਜ ਦੁੱਖ ਦੀ ਘੜੀ ਦੇ ਵਿੱਚ ਨੇ। ਕੇਂਦਰ ਸਰਕਾਰ ਵੱਲੋਂ ਕੁਝ ਅਜਿਹੇ ਆਰਡੀਨੈਂਸ ਜਾਰੀ ਕੀਤੇ ਗਏ ਨੇ ਜਿਨ੍ਹਾਂ ਕਰਕੇ ਕਿਸਾਨ ਅੱਜ ਸੜਕਾਂ ਤੇ ਆ ਗਏ ਨੇ, ਹਾਹਾਕਾਰ ਮੱਚ ਗਈ ਆ ਤੇ ਧਰਨੇ ਪ੍ਰਦਰਸ਼ਨ ਜਿਹੜੇ ਉਹ ਜ਼ੋਰਾਂ ਤੇ ਚੱਲ ਰਹੇ ਨੇ। ਜੇਕਰ ਗੱਲ ਕਰੀਏ ਪੰਜਾਬ ਦਾ ਮੁੱਖ ਮੰਤਰੀ ਰਹਿ ਚੁੱਕੇ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦੇ ਗੇਟ ਅੱਗੇ ਵੀ ਜਿਹੜੀ ਕਿਸਾਨ ਯੂਨੀਅਨ ਨਾਲ ਧਰਨਾ ਲਾਇਆ ਗਿਆ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਨੇ ਤੇ ਬੜਾ ਜਿਹੜਾ ਰੋਸ ਆ ਉਹ ਜਿਹੜਾ ਦੇਖਣ 'ਚ ਮਿਲ ਰਿਹਾ। ਅੱਜ ਅਸੀਂ ਗੱਲਬਾਤ ਕਰਾਂਗੇ ਭਾਰਤੀ ਕਿਸਾਨ ਯੂਨੀਅਨ ਟਿਕਾਉਂਦਾ ਤੋਂ ਫਿਰੋਜ਼ਪੁਰ ਤੋਂ ਜ਼ਿਲ੍ਹਾ ਪ੍ਰਧਾਨ ਸਰਦਾਰ ਹਰਨੇਕ ਸਿੰਘ ਮਹਿਮਾ ਜੀ ਸਾਡੇ ਨਾਲ ਨੇ, ਜਿਹੜੇ ਅਕਸਰ ਹੀ ਤੁਸੀਂ ਸੁਣੇ ਹੋਣਗੇ, ਪਰ ਅਸੀਂ ਉਹਨਾਂ ਨਾਲ ਖੁੱਲ੍ਹ ਕੇ ਅੱਜ ਕਾਲ ਚੈਨਲ 'ਤੇ ਗੱਲਬਾਤ ਕਰਾਂਗੇ ਕਿ ਆਰਡੀਨੈਂਸ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਰਡੀਨੈਂਸ ਬਾਰੇ ਤੁਹਾਡੇ ਵਿਚਾਰ ਕੀ ਨੇ? ਵੇਖੋ ਜੀ, ਜਿਹੜੇ 3 ਆਰਡੀਨੈਂਸ ਨੇ, ਇੱਕ ਬਿਜਲੀ ਐਕਟ 2020 ਤੋਂ ਬਗੈਰ ਖੇਤੀ ਨਾਲ ਸੰਬੰਧਿਤ 3 ਆਰਡੀਨੈਂਸ ਨੇ। ਜੇ ਅਸੀਂ ਇਹਨਾਂ ਤੇ ਵਿਚਾਰ ਦੀ ਗੱਲ ਕਰਨੀ ਹੋਵੇ ਕਿ ਇਹਨਾਂ ਤੇ ਆਪਣੇ ਕਿਸਾਨਾਂ ਦੇ ਕਿਸਾਨ ਜਥੇਬੰਦੀਆਂ ਦੇ ਵਿਚਾਰ ਕੀ ਨੇ, ਤਾਂ ਸਾਨੂੰ ਇਹ ਲੱਗਦਾ ਏ ਕਿ ਜਿਹੜੀ ਕਾਰਪੋਰੇਟ ਘਰਾਣਿਆਂ ਨੇ ਆਰਥਰ ਡੰਕਰ ਦੀਆਂ ਤਜਵੀਜ਼ਾਂ ਤੋਂ ਆਪਦੀ ਲੜਾਈ ਸ਼ੁਰੂ ਕੀਤੀ ਸੀ, ਆਪਦੀ ਸਕੀਮ ਕੀਤੀ ਸੀ ਜ਼ਮੀਨਾਂ ਤੇ ਕਬਜ਼ੇ ਦੀ, ਤਾਂ ਇਹ ਜਿਹੜੇ ਆਰਡੀਨੈਂਸ ਨੇ ਇਹ ਉਹਦੇ ਵਿੱਚ ਆਖਰੀ ਪੌੜੀ ਦਾ ਕੰਮ ਨੇ ਕਿ ਜਿਹੜਾ ਪੂਰੀ ਆਰਥਿਕਤਾ ਦਾ ਰੀੜ੍ਹ ਦੀ ਹੱਡੀ ਹੈ। ਸੋ ਇਹ ਜਿਹੜਾ ਇੱਕ ਧੰਦਾ ਸ਼ੁਰੂ ਹੋਇਆ ਜ਼ਮੀਨਾਂ ਤੇ ਕਬਜ਼ ਕਰਨ ਦਾ, ਇਹ ਜਿਹੜੇ ਆਰਡੀਨੈਂਸ ਨੇ ਉਹਦੀ ਆਖਰੀ ਪੌੜੀ ਨੇ ਸਾਡੇ ਕਿਸਾਨਾਂ ਨੂੰ ਬੇਜ਼ਮੀਨੇ ਕਰਨ ਲਈ ਔਰ ਪੂਰੀਆਂ ਜ਼ਮੀਨਾਂ ਉੱਤੇ ਜਿਹੜਾ ਕਾਰਪੋਰੇਟ ਘਰਾਣੇ ਨੇ ਉਹਨਾਂ ਵੱਲੋਂ ਆਪਦਾ ਕਬਜ਼ਾ ਜਮਾਉਣ ਵਾਸਤੇ ਇਹ ਆਰਡੀਨੈਂਸਾਂ ਦਾ। ਜਿਵੇਂ ਕਿ ਆਮ ਲੋਕਾਂ ਨਾਲ ਗੱਲਬਾਤ ਕਰਦੇ ਉਹਨਾਂ ਨੂੰ ਪਤਾ ਹੀ ਨਹੀਂ ਇਹ ਗੱਲ ਦਾ ਪਤਾ ਵੀ ਆਰਡੀਨੈਂਸ ਜਾਰੀ ਹੋ ਗਏ ਨੇ, ਆਰਡੀਨੈਂਸ ਦੇ ਨੁਕਸਾਨ ਕੀ ਹੋਣਗੇ। ਪੂਰਾ ਤੁਸੀਂ ਤਾਂ ਡਿਟੇਲ 'ਚ ਵਿਚਰਦੇ ਹੋ, ਅਕਸਰ ਹੀ ਤੁਹਾਡੀਆਂ ਵੀਡੀਓ ਵੀ ਆਉਂਦੀਆਂ, ਪਰ ਡਿਟੇਲ 'ਚ ਤੁਸੀਂ ਗੱਲ ਸਾਹਮਣੇ ਵੇਖੋ ਜੀ, ਜਿੱਥੋਂ ਤੱਕ ਤਾਂ ਬੀਜੇਪੀ ਸਰਕਾਰ ਦਾ ਕੰਮ ਹੈ, ਉਹਨਾਂ ਦੀ ਜਿਹੜੀ ਕਹਿਣਾ ਹੈ, ਉਹਨਾਂ ਦੇ ਨਾਲ ਅੱਜ ਤੋਂ 3 ਦਿਨ ਪਹਿਲੋਂ ਸ਼੍ਰੋਮਣੀ ਅਕਾਲੀ ਦਲ ਵੀ ਉਹਨਾਂ ਦੀ ਬੋਲੀ ਬੋਲ ਰਿਹਾ ਸੀ, ਉਹੀ ਕਹਿ ਰਿਹਾ ਸੀ, ਤਾਂ ਉਹ ਫਾਇਦੇ ਬਹੁਤ ਜ਼ਿਆਦਾ ਗਿਣਾਉਂਦੇ ਨੇ ਆਰਡੀਨੈਂਸਾਂ ਦੇ। ਇਹ ਗੱਲ ਪੱਕੀ ਕਿ ਫਾਇਦੇ ਬਹੁਤ ਜ਼ਿਆਦਾ ਨੇ ਆਰਡੀਨੈਂਸਾਂ ਦੇ, ਪਰ ਕਿਹਨੂੰ ਨੇ? ਕਾਰਪੋਰੇਟ ਘਰਾਣਿਆਂ ਨੂੰ। ਅਦਾਨੀ ਨੂੰ ਫਾਇਦੇ ਨੇ, ਅੰਬਾਨੀ ਨੂੰ, ਬਿਰਲੇ ਨੂੰ, ਟਾਟੇ ਨੂੰ, ਇਹਨਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਫਾਇਦੇ ਨੇ। ਜੇ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਦੀ ਕਬਰ ਪੱਟੀ ਜਾਣੀ ਹੈ ਜੇ ਆਰਡੀਨੈਂਸ ਲਾਗੂ ਹੋ ਗਏ। ਕਿਸਾਨਾਂ ਨੂੰ ਤਾਂ ਨੁਕਸਾਨ ਹੀ ਨੁਕਸਾਨ ਨੇ। ਉਹ ਤਾਂ ਕਹਿੰਦੇ ਜਿੱਥੇ ਤੁਹਾਡਾ ਮਰਜ਼ੀ ਫਸਲ ਵੇਚੋ, ਜਿੰਨਾ ਮੁੱਲ ਚਾਹੀਦਾ ਲੈ ਲਓ। ਦੇਖੋ ਜੀ, ਗੱਲ ਤਾਂ ਉਹੀ ਨਾ, ਜਿਹੜੇ ਇਹ ਲੋਕ ਨੇ, ਸਰਕਾਰ ਏ, ਅਸੀਂ ਆਮ ਕਿਸਾਨ ਆ, ਇਹਨਾਂ ਦੇ ਕੋਲ ਲੱਖਾਂ ਰੁਪਏ ਤਨਖਾਹਾਂ ਲੈਣ ਵਾਲੇ ਸਕੱਤਰ ਨੇ, ਸੈਕਟਰੀ ਨੇ, ਉਹ ਇਹਨਾਂ ਦੇ ਬੋਲਣ ਦਾ ਢੰਗ ਕੀ ਹੋਵੇ, ਇਹਨਾਂ ਦੇ ਸ਼ਬਦ ਕਿਹੋ ਜਿਹੇ ਹੋਣ, ਲੋਕਾਂ ਨੂੰ ਕਿਸ ਤਰੀਕੇ ਮਤਲਬ ਭਰਮਾਇਆ ਜਾਵੇ, ਲੋਕਾਂ ਨੂੰ ਭੁਲੇਖੇ 'ਚ ਕਿਵੇਂ ਪਾਇਆ ਜਾਵੇ, ਕਿੰਨੇ ਸਾਧਨ ਨੇ ਇਹਨਾਂ ਕੋਲ। ਟੀਵੀ ਇਹਨਾਂ ਦਾ, ਅਖਬਾਰ ਇਹਨਾਂ ਦਾ, ਰੇਡੀਓ ਇਹਨਾਂ ਦਾ, ਕਿੰਨਾ ਪ੍ਰਚਾਰ ਸਾਧਨ ਹੈ।
ਸੋ ਉਹ ਆਪਦੇ ਪ੍ਰਚਾਰ ਸਾਧਨ ਦੇ ਰਾਹੀਂ ਕੋਸ਼ਿਸ਼ਾਂ ਕਰ ਰਹੇ ਨੇ ਕਿ ਲੋਕਾਂ ਨੂੰ ਭਰਮਾਇਆ ਜਾਵੇ। ਪਰ ਅੱਜ ਪੰਜਾਬ ਦਾ ਕਿਸਾਨ ਜਾਂ ਹਿੰਦੁਸਤਾਨ ਦਾ ਕਿਸਾਨ ਇੰਨਾ ਮੂਰਖ ਨਹੀਂ ਰਹਿ ਗਿਆ ਕਿ ਉਹਨੂੰ ਭਰਮਾਇਆ ਜਾ ਸਕੇ। ਇੱਥੇ ਤੁਹਾਡੀ ਗੱਲ ਮੈਂ ਰੋਕਦਾ। ਜਦੋਂ ਮੀਡੀਆ ਦੀ ਤੁਸੀਂ ਗੱਲਬਾਤ ਕੀਤੀ ਸੀ ਕਿ ਕੋਈ ਮੀਡੀਆ ਇਦਾਂ ਦੇਗਾ ਜਦੋਂ ਪਾਕਿਸਤਾਨ ਨਾਲ ਜਾਂ ਚਾਈਨਾ ਦੀ ਗੱਲ ਆਉਂਦੀ ਹੈ ਤਾਂ ਬੜਾ ਹੁਬਰ ਕੇ ਜਿਹੜੇ ਬਿਆਨ ਦਿੰਦਾ, ਤੇ ਕਿਸਾਨ ਸੜਕਾਂ ਤੇ ਉਹਨਾਂ ਦਿਖਾਏ ਨਹੀਂ। ਬਿਲਕੁਲ ਅੱਜ ਜਿਹੜੀ ਹਾਲਤ ਬਣੀ ਹੋਈ ਪੰਜਾਬ ਦੀ, ਅੱਜ ਵੀ ਤੁਸੀਂ ਟੀਵੀ ਚੈਨਲ ਦੇਖ ਲਓ, ਉਹਦੇ ਵਿੱਚ ਅੱਜ ਵੀ ਖਬਰ ਹੈ ਕਿ ਇੱਕ ਟਰੱਕ ਮੁੱਦਾ ਹੋ ਗਿਆ ਤੇ ਜੀਸੀਬੀ ਉਹਨੂੰ ਚੁੱਕਣ ਲੱਗੀ, ਉਹ ਟਰੱਕ ਥੱਲੋਂ ਟੁੱਟ ਗਿਆ। ਇਹ ਖਬਰ ਹੈਗੀ ਹੈ। ਇਹ ਖਬਰ ਹੈਗੀ ਕਿ ਚਾਚਾ ਤੇ ਭਤੀਜਾ ਮੁਰਗੀ ਚੋਰੀ ਤੋਂ ਲੜ ਪਏ ਤੇ ਉਹਨਾਂ ਨੇ, ਮਤਲਬ ਕਤਲ ਨਹੀਂ ਹੋਇਆ, ਕਤਲ ਹੋਇਆ ਤੇ ਚਲੋ ਇਹਨਾਂ ਦੀ ਖਬਰ ਬਣ ਜਾਂਦੀ, ਮਤਲਬ ਥਾਣੇ ਤੱਕ ਕੇਸ ਅੱਪੜ ਗਿਆ। ਇਹੋ ਜਿਹੀਆਂ ਖਬਰਾਂ ਨੇ ਇਹਨਾਂ ਦੀਆਂ। ਛੱਤ ਤੋਂ ਡਿੱਗ ਕੇ ਕਿਸੇ ਦੀ ਲੱਤ ਟੁੱਟ ਗਈ, ਇਹੋ ਜਿਹੀਆਂ ਖਬਰਾਂ ਮਿਲਦੀਆਂ। ਲੋੜ ਕੀ ਅੱਜ ਅਸੀਂ ਅਸਲ 'ਚ ਜਿਹੜੇ ਇੱਕ ਰਵੀਸ਼ ਕੁਮਾਰ ਕਹਿੰਦਾ ਹੁੰਦਾ ਸੀ ਨਾ, ਫੇਕ ਨਿਊਜ਼। ਫੇਕ ਨਿਊਜ਼ ਦਾ ਮਤਲਬ ਇਹ ਨਹੀਂ ਕਿ ਜੋ ਘਟਨਾ ਨਹੀਂ ਵਾਪਰੀ ਉਹ ਤੁਸੀਂ ਦਿਖਾ ਦਿਓ ਤਾਂ ਉਹ ਗਲਤ ਨਿਊਜ਼ ਹੈ, ਫੇਕ ਨਿਊਜ਼ ਹੈ। ਫੇਕ ਨਿਊਜ਼ ਜਿਹੜੀ ਨਿਊਜ਼ ਦੀ ਲੋਕਾਂ ਨੂੰ ਲੋੜ ਨਹੀਂ, ਘਟਨਾ ਵਾਪਰੀ ਹੈ ਪਰ ਉਹਦੀ ਲੋਕਾਂ ਨੂੰ ਲੋੜ ਨਹੀਂ, ਮੈਂ ਕਹਿੰਦਾ ਉਹ ਵੀ ਫੇਕ ਨਿਊਜ਼ ਹੈ। ਇਹ ਜਿਹੜੀਆਂ ਖਬਰਾਂ ਨੇ ਸਾਰੀਆਂ ਇਹ ਘਟਨਾ ਵਾਪਰਦੀਆਂ ਨੇ। ਟਰੱਕ ਟੁੱਟਾ ਹੋਵੇਗਾ, ਚਾਚਾ ਭਤੀਜਾ ਲੜੇ ਹੋਣਗੇ, ਛੱਤ ਤੋਂ ਕੋਈ ਡਿੱਗਾ ਹੋਵੇਗਾ, ਇਹ ਹੋਇਆ ਹੈ। ਪਰ ਜਦੋਂ ਇਹ ਖਬਰ ਬਣ ਕੇ ਤੁਹਾਡੇ ਟੀਵੀ ਤੇ ਆਵੇਗੀ ਤਾਂ ਫੇਕ ਨਿਊਜ਼ ਵੱਜੇਗੀ, ਕਿਉਂਕਿ ਇਹਦੀ ਲੋਕਾਂ ਨੂੰ ਲੋੜ ਨਹੀਂ ਗੀ। ਲੋਕਾਂ ਨੂੰ ਲੋੜ ਕਾਦੀ ਹੈ? ਲੋਕਾਂ ਨੂੰ ਲੋੜ ਹੈ ਕਿ ਅੱਜ ਕਿਸਾਨ ਕਿਸ ਹਾਲਤ ਵਿੱਚ ਹੈ, ਕਿਸਾਨ ਸੋਚਦਾ ਕੀ ਹੈ, ਉਹ ਕਰਦਾ ਕੀ ਹੈ, ਉਹਦੀ ਸਕੀਮ ਕੀ ਕਰਨ ਦੀ। ਇਹ ਨਿਊਜ਼ ਹੈ। ਕੇਂਦਰ ਸਰਕਾਰ ਵੱਲੋਂ ਜਿਵੇਂ ਉੱਥੇ ਬੋਲਦੇ ਆ, ਉਹ ਤਾਂ ਕਹਿੰਦੇ ਫਾਇਦੇ ਇੰਨੇ ਹੋਣਗੇ, ਕਿਸਾਨ ਮਾਲੋ ਮਾਲ ਹੋ ਜਾਏਗਾ, ਖੁਸ਼ਹਾਲ ਹੋ ਜਾਏਗਾ, ਗਰੀਬੀ ਦੂਰ ਹੋ ਜਾਏਗੀ, ਅਮੀਰ ਦੇਸ਼ ਬਣਨ ਦੀਆਂ ਗੱਲਾਂ ਜਿਹੜੀਆਂ ਉਹਨਾਂ ਸਾਹਮਣੇ ਕਰਤੀਆਂ, ਸੁਪਨੇ ਵੱਡੇ ਵਿਖਾਤੇ। ਕਈ ਲੋਕ ਉਹਨਾਂ ਦੀਆਂ ਗੱਲਾਂ ਦੇ ਵਿੱਚ ਵੀ ਆ ਗਏ। ਤੁਹਾਨੂੰ ਲੱਗਦਾ ਹੈ ਕਿ ਸੁਪਨੇ ਜਿਹੜੇ ਉਹ ਸਾਕਾਰ ਹੋਣਗੇ ਕਈਆਂ ਦੇ? ਵੇਖੋ ਜੀ, ਇਹਨੂੰ ਕੋਈ ਹਉਮੈ ਜਾਂ ਹੰਕਾਰ ਨਹੀਂਗਾ। ਮੈਂ ਕਾਮ ਕਿਸਾਨ ਹਾਂ, ਮੈਂ ਜਥੇਬੰਦੀ ਦਾ ਆਗੂ ਬਣ ਗਿਆ ਕਿਉਂਕਿ ਮੈਂ ਆਪਦਾ ਟਾਈਮ ਦਿੱਤਾ। ਮੈਂ ਇਹ ਸੋਚਿਆ ਕਿ ਮੇਰੀ ਜਥੇਬੰਦੀ ਦੀ ਸਾਨੂੰ ਲੋੜ ਹੈ, ਮੈਂ ਆਪਦਾ ਟਾਈਮ ਦਿੱਤਾ। ਉਹਨਾਂ ਨੇ ਮੈਨੂੰ ਆਗੂ ਬਣਾਤਾ। ਪਰ ਮੈਂ ਇੱਕ ਸਧਾਰਨ ਕਿਸਾਨ ਹਾਂ, ਮੈਂ ਬਹੁਤ ਜ਼ਿਆਦਾ ਪੜ੍ਹਿਆ ਨਹੀਂ, ਮੈਨੂੰ ਕੋਈ ਅਰਥਚਾਰੇ ਬਾਰੇ ਜ਼ਿਆਦਾ ਪਤਾ ਨਹੀਂ, ਮੈਨੂੰ ਕੋਈ ਗਿਆਨ ਨਹੀਂ ਹੈਗਾ। ਪਰ ਮੈਂ ਇਹ ਗੱਲ ਕਹਿਣਾ, ਇਹ ਜਿੰਨੇ ਵੀ ਜਾਣੇ ਇਹਦੇ ਫਾਇਦੇ ਗਿਣਾਉਂਦੇ ਨੇ, ਸਮੇਤ ਬਾਦਲ, ਸਮੇਤ ਇਹਨਾਂ ਦੇ ਕੇਂਦਰੀ ਮੰਤਰੀ, ਸਮੇਤ ਅਨਿਲ ਵਿਜ ਹਰਿਆਣੇ ਵਾਲਾ, ਜਿੰਨੇ ਵੀ ਇਹਨਾਂ ਦੇ ਫਾਇਦੇ ਗਿਣਾਉਂਦੇ ਨੇ, ਸਮੇਤ ਆ ਜਿਹੜਾ ਚੀਮਾ ਇੱਕ ਸਾਡਾ ਪੰਜਾਬ ਦਾ, ਇਹ ਬੜਾ ਸਪੋਕਸਮੈਨ ਹੈ ਅਕਾਲੀਆਂ ਦਾ ਅੱਜ ਕੱਲ੍ਹ, ਤੇ ਇਹ ਬੜੇ ਫਾਇਦੇ ਗਿਣਾਉਂਦਾ। ਇਹਨਾਂ ਸਾਰਿਆਂ ਨੂੰ ਮੈਂ ਚੈਲੰਜ ਕਰਨਾ, ਮੇਰੇ ਸਾਹਮਣੇ ਬੈਠ ਕੇ। ਮੈਂ ਜ਼ਿਲ੍ਹੇ ਦਾ ਲੀਡਰ ਹਾਂ ਇਕੱਲਾ, ਮੈਂ ਨਹੀਂ ਕਹਿੰਦਾ ਕਿ ਸਾਰਾ ਗਿਆਨ ਮੈਨੂੰ ਹੈ, ਪਰ ਮੈਂ ਤਾਂ ਆਪਦੇ ਵੱਲੋਂ ਚੈਲੰਜ ਦੇ ਸਕਣਾ ਨਾ। ਹੋ ਸਕਦਾ ਮੈਂ ਆਪਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਵੱਲੋਂ ਦੇਵਾਂ ਤੇ ਉਹ ਨਾ ਐਕਸੈਪਟ ਕਰਨ ਵੀ ਮੈਂ ਇਸ ਬੰਦੇ ਨਾਲ ਨਹੀਂ ਬਹਿੰਦਾ। ਮੈਂ ਆਪਦੇ ਵੱਲੋਂ ਚੈਲੰਜ ਦੇਣਾ ਕਿ ਇਹਨਾਂ ਚੋਂ ਕੋਈ ਵੀ ਮੇਰੇ ਨਾਲ ਆ ਕੇ ਬੈਠੇ, ਮੈਂ ਅੱਧੇ ਘੰਟੇ ਦੀ ਡਿਬੇਟ ਦੇ ਵਿੱਚ ਇਹਨਾਂ ਨੂੰ ਝੂਠਾ ਕਰਕੇ ਉਠਾਵਾਂਗਾ ਕਿ ਜੋ ਤੁਸੀਂ ਕਹਿ ਰਹੇ ਹੋ ਬਕਵਾਸ ਕਰ ਰਹੇ ਹੋ। ਆ ਰਹੇ ਜਿਹੜਾ ਤੁਸੀਂ ਸਾਰਿਆਂ ਤੋਂ ਪਹਿਲਾਂ ਗੱਲ ਕੀਤੀ, ਕਹਿੰਦੇ ਆਪਦੀ ਫਸਲ ਜਿੱਥੇ ਮਰਜ਼ੀ ਵੇਚੋ। ਕੀ ਪੰਜਾਬ ਦਾ ਕੋਈ ਕਿਸਾਨ ਇਹ ਦੱਸ ਸਕਦਾ ਕਿ ਮੈਂ ਆਪਦੀ ਫਸਲ ਹਰਿਆਣੇ ਵੇਚਣ ਜਾ ਰਿਹਾ ਸਾਂ ਤਾਂ ਮੈਨੂੰ ਕਿਸੇ ਰੋਕ ਲਿਆ? ਮੈਂ ਆਪਦੀ ਫਸਲ ਆਂਧਰਾ ਪ੍ਰਦੇਸ਼ 'ਚ ਵੇਚਣ ਜਾ ਰਿਹਾ ਸਾਂ ਤਾਂ ਮੈਨੂੰ ਕਿਸੇ ਰੋਕ ਲਿਆ? ਅੱਜ ਤੋਂ ਪਹਿਲਾਂ ਰੋਕਿਆ ਕਦੇ ਕਿਸੇ ਨੂੰ? ਅੱਜ ਝੋਨੇ ਦਾ ਟਾਈਮ ਹੈ, ਅਸੀਂ ਝੋਨਾ ਵੱਢ ਲਿਆ ਜੀ। ਮੈਂ 20 ਕਿੱਲੇ ਝੋਨਾ ਵੱਢਿਆ, ਮੈਂ 10 ਟਰਾਲੀਆਂ ਭਰ ਲੈਣਾ। ਵੱਡੇ ਟਰਾਲੇ ਭਰਾਂਗੇ, 2 ਕਿੱਲਿਆਂ ਦਾ ਪੈ ਜਾਂਦਾ ਉਹਦੇ 'ਚ, 10 ਟਰਾਲੇ ਭਰ ਲੈਣਾ। ਮੈਨੂੰ ਇਹ ਦੱਸਣ ਮੈਂ 10 ਟਰਾਲੇ ਕਿੱਥੇ ਲਿਜਾ ਕੇ ਵੇਚਾਂ, ਜਿਹੜੀ ਇਹਨਾਂ ਨੇ ਮੈਨੂੰ ਛੋਟ ਦਿੱਤੀ ਹੈ, ਮੈਂ ਕਿੱਥੇ ਲਿਜਾ ਕੇ ਵੇਚਾਂ? ਹਰਿਆਣੇ 'ਚ ਵੇਚਾਂ, ਰਾਜਸਥਾਨ 'ਚ ਵੇਚਾਂ, ਯੂਪੀ 'ਚ ਵੇਚਾਂ ਜਿੱਥੇ 1 ਰੁਪਈਆ ਰੇਟ ਨਹੀਂ ਕੋਈ ਮੁੱਲ ਹੈਗਾ, ਆਂਧਰਾ ਪ੍ਰਦੇਸ਼ ਚਲ ਜਾਵਾਂ, ਤਾਮਿਲਨਾਡੂ ਚਲ ਜਾਵਾਂ, ਕੇਰਲਾ ਚਲ ਜਾਵਾਂ, ਬੰਗਾਲ ਚਲ ਜਾਵਾਂ, ਅਸਾਮ ਚਲ ਜਾਵਾਂ। ਆਪਾਂ ਮੰਨ ਲਓ ਲੈ ਜਾਂਦੇ ਆ, ਪਰ ਉੱਥੇ ਬੈਠੇ ਕੌਣ ਖਰੀਦਣ ਵਾਲੇ? ਹਾਂ ਉਹੀ ਨਾ, ਮੈਂ ਕਿੱਥੇ ਲੈ ਕੇ ਜਾਵਾਂ? ਮੈਂ ਲੈ ਗਿਆ, ਉੱਥੇ ਮੇਰੀ ਫਸਲ ਖਰੀਦਣ ਦੀ ਕੋਈ ਗਰੰਟੀ ਹੈਗੀ? ਕੋਈ ਖਰੀਦੇਗਾ? ਜੇ ਖਰੀਦੇਗਾ ਕਿੰਨੇ ਟਾਈਮ 'ਚ ਖਰੀਦੇਗਾ ਉਹ, ਤੇ ਕਿੰਨੇ ਦੀ ਖਰੀਦੇਗਾ? ਪਹਿਲੀ ਗੱਲ ਤਾਂ 10 ਟਰਾਲੀਆਂ ਮਗਰ 10 ਟਰੈਕਟਰ ਪਾਉਣੇ ਪੈਣਗੇ ਮੈਨੂੰ। 10 ਟਰੈਕਟਰ ਸਾਡੇ ਪਿੰਡ 'ਚ ਜੇ 50 ਟਰੈਕਟਰ ਨੇ ਤੇ 5ਵਾਂ ਹਿੱਸਾ ਤਾਂ ਮੈਂ ਲੈ ਗਿਆ, ਤੇ ਫਸਲ ਤਾਂ ਸਾਰੇ ਪਿੰਡ ਨੇ ਵੱਢਣੀ, ਅਸੀਂ ਲੈ ਕੇ ਕਾਹਦੇ ਤੇ ਜਾਵਾਂਗੇ? ਫਿਰ ਜੇ ਅਸੀਂ 2000 ਕਿਲੋਮੀਟਰ ਲਿਜਾਨੇ ਆ ਤਾਂ ਮੇਰਾ ਖਿਆਲ ਹੈ ਇੱਕ ਟਰੈਕਟਰ ਤਾਂ ਸਾਡਾ ਰਾਹ 'ਚ ਹੀ ਖਤਮ ਹੋ ਜਾਣਾ। ਲੈ ਕੇ ਜਾਵਾਂਗੇ ਅਸੀਂ ਮੰਡੀ 'ਚ ਫਸਲ ਜਾਂਦੇ ਆ, ਸਾਨੂੰ 2 ਜਾਂ 3 ਦਿਨ ਬਹਿਣਾ ਪੈਂਦਾ ਤੇ ਸਾਨੂੰ ਸੜਕ ਤੇ ਆਉਣਾ ਪੈਂਦਾ। ਸਾਡੇ ਹੱਥ ਖੜੇ ਹੋ ਗਏ, ਅਸੀਂ ਇਦੋਂ ਵੱਧ ਨਹੀਂ ਬਹਿ ਸਕਦੇ ਮੰਡੀ 'ਚ, ਕਿਉਂਕਿ ਸੀਜ਼ਨ ਦਾ ਟਾਈਮ ਹੁੰਦਾ ਹੈ। ਤਾਂ ਅਸੀਂ 2000-3000 ਕਿਲੋਮੀਟਰ ਲਿਜਾ ਕੇ ਕਿੱਥੇ ਫਸਲਾਂ ਵੇਚਾਂਗੇ? ਕੌਣ ਖਰੀਦੇਗਾ ਉੱਥੇ ਸਾਡੀਆਂ? ਕਿਹੜੇ ਭਾਅ ਖਰੀਦੇਗਾ? ਪੈਸਾ ਦੇਣ ਦੀ ਕੀ ਗਰੰਟੀ? ਕੌਣ ਸਾਨੂੰ ਪੈਸੇ ਦੇਵੇਗਾ? ਹੋਣਾ ਕੀ ਅਸਲ 'ਚ ਕੀ ਹੈ? ਸ਼ਾਇਦ ਬਾਹਲੇ ਲੋਕਾਂ ਨੂੰ ਇਹ ਗੱਲ ਨਾ ਪਤਾ ਹੋਵੇ ਕਿ ਪੰਜਾਬ ਦੇ ਵਿੱਚ MSP ਦੇ ਆਧਾਰ ਤੇ ਸਾਨੂੰ ਰੇਟ ਮਿਲਦਾ, ਬਿਹਾਰ ਦੇ ਵਿੱਚ ਨਹੀਂ ਮਿਲਦਾ, ਯੂਪੀ ਥੋੜ੍ਹੇ ਜਿਹੇ 'ਚ ਮਿਲਦਾ, ਮੱਧ ਪ੍ਰਦੇਸ਼ ਦੇ ਵਿੱਚ ਨਹੀਂ ਮਿਲਦਾ।
ਤਾਂ ਪਹਿਲੋਂ ਕੀ ਹੋ ਰਿਹਾ ਕਿ ਚੋਰੀ ਉੱਥੋਂ ਦੇ ਜਿਹੜੇ ਵਪਾਰ ਕਿਸਾਨ ਉੱਥੋਂ ਦਾ ਵੀ ਨਹੀਂ ਲਿਆ ਸਕਦਾ। ਹੁਣ ਵੇਖੋ ਬਿਹਾਰ ਦੇ ਵਿੱਚ ਉਹ ਝੋਨਾ ਖਰੀਦ ਰਹੇ ਨੇ 1200 ਰੁਪਏ ਦਾ ਕੁਇੰਟਲ, ਪੰਜਾਬ ਦੇ ਵਿੱਚ 1800 ਤੋਂ ਉੱਪਰ, ਪਰ ਉਹ ਕਿਸਾਨ ਵਿਚਾਰਾ ਪੰਜਾਬ 'ਚ ਲਿਆ ਕੇ ਨਹੀਂ ਵੇਚ ਪਾ ਰਿਹਾ ਕਿਉਂਕਿ ਉਹਦੀ ਸਮਰੱਥਾ ਨਹੀਂ ਨਾ। ਉਹ ਕਾਹਦੇ ਤੇ ਲਿਆਵੇ, ਕਿਵੇਂ ਲਿਆਵੇ, ਖਰਚੇ ਸਾਰਾ ਕਿਵੇਂ ਹੋਵੇਗਾ। ਤਾਂ ਕਰਦਾ ਕੀ ਹੈ, ਵਪਾਰੀ ਉੱਥੋਂ ਉਹਦੇ ਕੋਲੋਂ 1200 ਨੂੰ ਖਰੀਦ ਲੈਂਦਾ, ਖਰੀਦ ਕੇ ਵੱਡੇ ਟਰੱਕ ਭਰ ਕੇ ਉਹ ਸਿੱਧਾ ਇੱਥੇ ਸ਼ੈਲਰ ਵਾਲੇ ਨਾਲ ਗੱਲ ਕਰਕੇ, ਇੰਸਪੈਕਟਰ ਨਾਲ 2 ਨੰਬਰ ਸਾਰੀਆਂ ਗੱਲਾਂ ਬਾਤਾਂ ਕਰਕੇ ਇੱਥੇ ਕਿਸੇ ਕਿਸਾਨ ਦੇ ਨਾਂ ਦੀ ਖਰੀਦ ਪਾ ਕੇ ਉਹ ਸ਼ੈਲਰਾਂ 'ਚ ਲਿਆ ਕੇ ਵਪਾਰੀ ਵੇਚਦੇ ਪਏ ਨੇ, ਪ੍ਰੋਫਿਟ ਕਮਾ ਰਹੇ ਨੇ ਆਲਰੇਡੀ ਪਹਿਲਾਂ ਹੀ ਉਹ ਵਪਾਰੀ ਜਿਹੜੇ ਨੇ। ਪਰ ਉਹ ਚੋਰੀ ਕਰਦੇ ਨੇ, ਉਹਨਾਂ ਨੂੰ ਮਹੀਨਾ ਵੀ ਭਰਨਾ ਪੈਂਦਾ, ਪੁਲਿਸ ਵਾਲਿਆਂ ਨੂੰ ਵੀ, ਸ਼ੈਲਰਾਂ ਵਾਲੇ, ਇੰਸਪੈਕਟਰਾਂ ਸਾਰਿਆਂ ਨੂੰ ਮਹੀਨਾ ਭਰਨਾ ਪੈਂਦਾ। ਪਰ ਜਦੋਂ ਇਹ ਬਿੱਲ ਪਾਸ ਹੋ ਗਿਆ ਤਾਂ ਫਿਰ ਜਿਹੜੇ ਉਹ ਵਪਾਰੀ ਨੇ, ਕਿਸਾਨ ਫਿਰ ਵੀ ਨਹੀਂ ਲਿਆ ਸਕਣਗੇ ਫਸਲ, ਫਿਰ ਉਹ ਵਪਾਰੀ ਨੇ ਉਹਨਾਂ ਨੂੰ ਖੁੱਲ੍ਹ ਮਿਲੇਗੀ ਤਾਂ ਸਾਡੇ ਪੰਜਾਬ ਦੀਆਂ ਮੰਡੀਆਂ 'ਚ ਝੋਨੇ ਤੇ ਕਣਕ ਦਾ ਲਿਆ ਕੇ ਰੱਜਵਾਂ ਗੰਦ ਪਾਉਣਗੇ। ਪ੍ਰੋਫਿਟ ਕੌਣ ਕਮਾਉਣਗੇ? ਵਪਾਰੀ। ਪਹਿਲੋਂ ਚੋਰੀ ਛੁਪੀ ਕਮਾ ਰਹੇ ਨੇ, ਵਪਾਰੀ ਵੀ ਉਹ ਹੋਣਗੇ ਜਿਹੜੇ ਇਹਨਾਂ ਦੇ ਨਜ਼ਦੀਕੀ ਹੋਣਗੇ। ਹਾਂ ਉਹੀ ਹੋਣਗੇ। ਇੱਥੇ ਤੁਹਾਡੀ ਇੱਕ ਗੱਲ ਟੋਕਦੇ ਆ, ਉਸ ਤੋਂ ਬਾਅਦ ਜਦੋਂ ਪਹਿਲਾਂ ਕੇਂਦਰ ਦੇ ਵਿੱਚ ਬਿੱਲ ਪਾਸ ਹੁੰਦਾ ਹੈ ਤਾਂ ਤੁਸੀਂ ਫਿਰੋਜ਼ਪੁਰ ਨਾਲ ਸੰਬੰਧਿਤ ਤੋਂ ਬਠਿੰਡੇ ਏਰੀਏ ਦੇ ਸੰਬੰਧਿਤ MP ਬਣੇ ਸੀਗੇ ਬਾਦਲ ਪਰਿਵਾਰ ਦੇ, ਦੋਨੇ ਗੱਲ ਕਰਕੇ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਇਹਨਾਂ ਨੇ ਪਹਿਲਾਂ ਸਹਿਮਤੀ ਜਤਾਤੀ, ਉਸ ਤੋਂ ਬਾਅਦ ਹਰਸਿਮਰਤ ਕੌਰ ਨੇ ਅਸਤੀਫਾ ਦੇ ਦਿੱਤਾ, ਕਹਿੰਦੇ ਵੀ ਸਾਡੀ ਕੋਈ ਸਹਿਮਤੀ ਨਹੀਂ। ਦੇਖੋ ਜੀ, ਪਹਿਲੀ ਗੱਲ ਤਾਂ ਅਸਤੀਫਾ ਦਿੱਤਾ ਨਹੀਂ। ਜੇ ਅਸਤੀਫਾ ਦੇਣਾ ਰੱਤੀ ਭਰ ਵੀ ਇਮਾਨਦਾਰੀ ਹੁੰਦੀ ਤਾਂ ਜਿੱਦਾਂ ਨੇ ਇਹ ਬਿੱਲ ਆਰਡੀਨੈਂਸ ਪਾਸ ਹੋਏ ਨੇ, ਅਸੀਂ ਉਸ ਦਿਨ ਤੋਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਅਸੀਂ ਉਸ ਦਿਨ ਤੋਂ ਰੌਲਾ ਪਾਇਆ। ਇਹਨਾਂ ਦਾ ਫਰਜ਼ ਸੀ ਉਸੇ ਦਿਨ ਉਹਨਾਂ ਨੂੰ ਪੜ੍ਹਦੇ, ਇਮਾਨਦਾਰੀ ਨਾਲ ਲੋਕਾਂ ਦੀ ਅਦਾਲਤ 'ਚ ਆਉਂਦੇ ਔਰ ਕਹਿੰਦੇ ਕਿ ਲੋਕੋ ਆਹ ਇਹਨਾਂ ਦੇ ਨੁਕਸਾਨ ਨੇ, ਅਸੀਂ ਤੁਹਾਡੇ ਨਾਲ, ਅਸੀਂ ਇਹਦੇ ਖਿਲਾਫ ਹਾਂ। ਹਰਸਿਮਰਤ ਕੌਰ ਬਾਦਲ ਨੇ, ਉਹਦੇ ਸਹੁਰੇ ਨੇ, ਉਹਦੇ ਘਰ ਵਾਲੇ ਨੇ, ਤਿੰਨਾਂ ਨੇ ਟਿੱਲ ਲਾਇਆ ਹੈ ਕਿ ਅਸੀਂ ਕਿਸਾਨਾਂ ਨੂੰ ਵਰਗਲਾ ਲਈਏ, ਉਹਨਾਂ ਨੂੰ ਇਹਦੇ ਫਾਇਦੇ ਗਿਣਾਉਂਦੇ ਰਹੇ। ਸਾਡਾ ਮੈਚ ਸੀ, ਉਹ ਫਾਇਦੇ ਗਿਣਾਉਂਦੇ ਰਹੇ ਜੋ ਝੂਠ ਮਾਰਦੇ ਸੀ, ਅਸੀਂ ਨੁਕਸਾਨ ਗਿਣਾਉਂਦੇ ਰਹੇ ਜਦੋਂ ਸਾਡੀ ਗੱਲ ਸੱਚ ਸੀ। ਤਾਂ ਅਸੀਂ ਜਿੱਤੇ, ਅਸੀਂ ਲੋਕਾਂ ਨੂੰ ਉਹਦੇ ਨੁਕਸਾਨ ਉਹਦੇ ਵਿੱਚ ਦੱਸਣ ਵਿੱਚ ਕਾਮਯਾਬ ਹੋਏ ਔਰ ਇਹਨਾਂ ਦੀ ਮਜਬੂਰੀ ਬਣ ਗਈ। ਇਹਨਾਂ ਦੀ ਮਜਬੂਰੀ ਬਣ ਗਈ ਕਿ ਅਸਤੀਫੇ ਤੋਂ ਬਿਨਾ ਇਹਨਾਂ ਦਾ ਗਰਾਊਂਡ ਰਹਿੰਦਾ ਹੀ ਨਹੀਂ ਸੀ ਪੰਜਾਬ 'ਚ। ਇਹਨਾਂ ਨੂੰ ਤੋਂ 2022 ਦਿਸਦਾ ਪਿਆ, ਇਹਦੇ ਕਰਕੇ ਅਸਤੀਫਾ ਦਿੱਤਾ। ਅਸਤੀਫਾ ਦੇ ਕੇ ਵੀ ਅੱਜ ਜਿਹੜੀ ਇਹ ਚਲਾਕੀ ਕਰ ਰਹੇ ਨੇ, ਹਰਸਿਮਰਤ ਕੌਰ ਬਾਦਲ ਨੂੰ ਬੋਲਦੇ ਸੁਣੋ, ਉਹ ਕਹਿੰਦੀ ਏ, ਅੱਜ ਵੀ ਉਹ ਨਹੀਂ ਕਹਿੰਦੀ ਕਿ ਨੁਕਸਾਨ ਹੈ, ਕਿ ਕਿਸਾਨ ਦਾ ਅੰਤਮ ਸਮਾਂ ਲੈ ਕੇ ਆ ਜਾਏਗਾ, ਕਬਰ ਪੱਟ ਦੇਗਾ, ਉਹਦੇ ਸਿਵੇ ਬਾਲ ਦੇਗਾ ਕਿਸਾਨ ਦੇ ਇਹ ਆਰਡੀਨੈਂਸ। ਇਹ ਨਹੀਂ ਕਹਿੰਦੀ ਉਹ ਨੁਕਸਾਨ ਹੈ, ਉਹ ਕਹਿੰਦੀ ਵੀ ਨੁਕਸਾਨ ਕੋਈ ਨਹੀਂ, ਫਾਇਦੇ ਹੈਗੇ ਨੇ, ਪਰ ਕੇਂਦਰ ਦੀ ਸਰਕਾਰ ਕਿਸਾਨਾਂ ਨੂੰ ਦੱਸ ਨਹੀਂ ਸਕੀ ਫਾਇਦੇ। ਇਸ ਕਰਕੇ ਮੈਂ ਅਸਤੀਫਾ ਦਿੱਤਾ ਵੀ ਉਹ ਜਲਦੀ ਕਰ ਰਹੇ ਨੇ, ਵੀ ਪਹਿਲੋਂ ਭਾਈ ਇਹਨਾਂ ਨੂੰ ਪੂਰੀ ਤਰ੍ਹਾਂ ਜਕੜ ਲਓ, ਫਾਇਦੇ ਦੱਸੋ, ਇਹਨਾਂ ਨੂੰ ਵਰਗਲਾਓ, ਫਿਰ ਭਾਵੇਂ ਕਰੋ, ਸਾਨੂੰ ਕੋਈ ਇਤਰਾਜ਼ ਨਹੀਂਗਾ, ਪਰ ਤੁਸੀਂ ਥੋੜਾ ਜਲਦੀ ਕਰ ਰਹੇ ਜੇ, ਭਾਵੇਂ ਗਲੇ 'ਚ ਰੱਸਾ ਪੈ ਜੇ। ਸਾਡੀ 2022 'ਚ ਸਾਡੀ ਜ਼ਮੀਨ ਖੁਸ਼ਦੀ ਦਿਸਦੀ ਹੈ। ਜੇ ਸੁਖਬੀਰ ਬਾਦਲ ਦੀ ਗੱਲ ਕਰੀਏ ਤਾਂ ਉਹ ਵਿਚਾਰਾ ਮਤਲਬ ਉਹ ਆਪਦਾ ਨਹੀਂ ਜਲੂਸ ਕਰਦਾ, ਉਹ ਸਾਡੇ ਪੰਜਾਬੀਆਂ ਸਾਰਿਆਂ ਦਾ ਜਲੂਸ ਕਰਦਾ ਕਿ ਪੰਜਾਬੀਆਂ ਦਾ ਲੀਡਰ ਇਸ ਕਿਹੋ ਜਿਹੇ ਚੁਣੇ ਹੋਏ ਨੇ ਇਹਨਾਂ ਨੇ, ਜਿਨ੍ਹਾਂ ਨੂੰ ਪਤਾ ਹੀ ਨਹੀਂਗਾ। ਉਹ ਪਾਰਲੀਮੈਂਟ 'ਚ ਕੁਛ ਬੋਲੀ ਜਾਂਦਾ ਹੈ, ਬਾਹਰ ਆ ਕੇ ਕੁਛ ਬੋਲੀ ਜਾਂਦਾ ਹੈ, ਮਤਲਬ ਜਲੂਸ ਕੱਢਤਾ ਉਹਨੇ, ਆਪਦਾ ਤਾਂ ਜਲੂਸ ਕੱਢਿਆ, ਪੰਜਾਬੀਆਂ ਸਾਡਾ ਵੀ ਸਾਰਿਆਂ ਦਾ ਜਲੂਸ ਕੱਢਿਆ। ਉਹ ਤਾਂ ਉੱਥੇ ਕਹਿੰਦਾ ਕਿ ਜੀਓ ਦੀਆਂ ਉਦਾਹਰਨਾਂ ਦਿੱਤੀ ਜਾਂਦਾ ਕਿ ਪਹਿਲਾਂ ਤੁਹਾਨੂੰ ਇਦਾਂ ਦੇ ਵਗਲਾਉਣਗੇ, ਆਪਦੇ ਲੈਣਗੇ ਹਿਸਾਬ ਕਿਤਾਬ ਦੇ ਵਿੱਚ, ਕਿ ਜਿਵੇਂ ਜੀਓ ਨੇ ਫਾਇਦਾ ਕੀਤਾ ਸੀ, ਪਹਿਲਾਂ ਫ੍ਰੀ ਚੱਲਿਆ, ਬਾਅਦ 'ਚ ਰੀਚਾਰਜ ਵਧਾ ਦਿੱਤੇ, ਇਦਾਂ ਹੀ ਆਰਡੀਨੈਂਸ ਕਰੂਗਾ। ਵੇਖੋ ਜੀ, ਸਾਡੀ ਸਹਿਮਤੀ ਕਾਂਗਰਸ, ਅਕਾਲੀ, BJP, ਉਰਲੇ ਪਰਲੇ, ਆਮ ਆਦਮੀ ਕਿਸੇ ਨਾਲ ਵੀ ਨਹੀਂ। ਪਰ ਇੱਕ ਗੱਲ ਏ, ਜੇ ਇਹ ਗੱਲ ਏ ਤੇ ਫਿਰ ਇਹ ਤਾਂ ਕਾਂਗਰਸ ਵਾਲੀ ਬੋਲੀ ਬੋਲ ਰਿਹਾ, ਫਿਰ ਕਾਂਗਰਸ ਨੂੰ ਠੀਕ ਕਵੇ ਨਾ ਵੀ ਉਹ ਠੀਕ ਬੋਲਦੇ ਨੇ, ਉਹ ਵੀ ਇਹ ਕਹਿ ਰਹੇ ਨੇ ਨਾ। ਜਦੋਂ ਉਹਨਾਂ ਨੇ ਇਹ ਗੱਲ ਕੀਤੀ ਉਹ ਵੀ ਝੂਠ ਹੀ ਮਾਰ ਰਿਹਾ, ਕਾਂਗਰਸ ਵੀ ਇੱਕ ਝੂਠ ਮਾਰ, ਅੰਦਰੋਂ ਸਹਿਮਤ ਨੇ। ਦਿਸਦਾ ਕਾਂਗਰਸ ਨੂੰ ਵੀ 2022 ਏ। ਜੇ 2022 ਕਿਸਾਨਾਂ ਦਾ ਵਿਰੋਧ ਨਾ ਦਿਸਦਾ ਹੋਵੇ ਤੇ ਕੈਪਟਨ ਦੋਵੇਂ ਹੱਥ ਖੜੇ ਕਰਕੇ ਇਹਨਾਂ ਆਰਡੀਨੈਂਸਾਂ ਦੇ ਹੱਕ 'ਚ ਭੁਗਤੇਗਾ, ਜੇ ਉਹਨੂੰ ਕਿਸਾਨਾਂ ਦਾ ਆ ਵਿਰੋਧ ਨਾ ਦਿਸਦਾ ਹੋਵੇ ਤਾਂ। ਸੋ ਕਰ ਕੀ ਰਿਹਾ ਹੈ, ਜਿਹੜਾ ਕਹਿ ਰਿਹਾ ਜੀਓ ਦੀਆਂ ਸਿੰਮਾਂ ਦੀਆਂ ਉਦਾਹਰਨਾਂ ਦੇ ਰਿਹਾ, ਇਹ ਤਾਂ ਉਹ ਫਿਰ ਇਹ ਤਾਂ ਜੀਓ ਦੀਆਂ ਸਿੰਮਾਂ ਦੀ ਉਦਾਹਰਨਾਂ ਤਾਂ ਕਾਂਗਰਸ ਵੀ ਦੇ ਰਹੇ ਨੇ, ਫਿਰ ਉਹਨਾਂ ਨੂੰ ਠੀਕ ਕਵੇ ਵੀ ਉਹ ਠੀਕ ਕਹਿ ਰਹੇ ਨੇ। ਕਹਿੰਦਾ ਜੀ ਨਹੀਂ, ਉਹ ਬਕਵਾਸ ਕਰ ਰਹੇ ਨੇ, ਉਹ ਗਲਤ ਗਾਈਡ ਕਰ ਰਹੇ ਨੇ ਕਿ ਇਹਦੇ ਫਾਇਦੇ ਨੇ। ਮਤਲਬ ਫਿਰ ਉਹੀ ਗੱਲ ਹੈ ਨਾ ਕਿ ਉਹਨੂੰ ਵਿਚਾਰੇ ਨੂੰ ਨਹੀਂ ਪਤਾ ਮੈਂ ਕਿੱਥੇ ਕੀ ਬੋਲਣਾ ਤੇ ਕੀ ਬੋਲ ਰਿਹਾ। ਉਹ ਕਦੇ ਉਹਦੇ ਫਾਇਦੇ ਗਿਣਾ ਜਾਂਦਾ ਹੈ, ਕਦੇ ਨੁਕਸਾਨ ਗਿਣਾ ਜਾਂਦਾ ਹੈ, ਕਦੇ ਫਾਇਦੇ, ਜਿੱਥੇ ਜਿਹੋ ਜਿਹੇ ਲੋਕ ਖੜੇ ਹੋਣ ਉਹੋ ਜਿਹੇ ਬੋਲ ਜਾਂਦਾ। ਕੋਈ ਉਹਦੀ ਗੱਲ ਤੇ ਕਿਸੇ ਤਰ੍ਹਾਂ ਦਾ ਇਤਬਾਰ ਵਾਲੀ ਗੱਲ ਨਹੀਂ ਹੈਗੀ। ਤੁਹਾਨੂੰ ਲੱਗਦਾ ਹੈ ਵੀ ਜਿਹੜੀਆਂ ਸਾਰੀਆਂ ਪਾਰਟੀਆਂ ਹੈਗੀਆਂ ਕਿਸਾਨਾਂ ਦੇ ਨਾਲ ਹੈਗੀਆਂ ਹੁਣ? ਨਹੀਂ, ਕੋਈ ਵੀ ਨਹੀਂ। ਪਾਰਟੀਆਂ ਦੀ ਗੱਲ ਕਰੀਏ ਤਾਂ ਕੋਈ ਵੀ ਨਹੀਂ। ਵੇਖੋ ਹੁਣ ਫਿਰ ਉਹੀ ਗੱਲ ਆ
ਕਿ ਪਾਰਟੀਆਂ ਕਿਹਦੀਆਂ ਨੌਕਰ ਨੇ। ਅਸੀਂ ਜੋ ਸੋਚਨੇ ਆ, ਅਸੀਂ ਸੋਚਨੇ ਆ ਕਿ ਇੱਥੇ ਕੈਪਟਨ ਦਾ ਰਾਜ ਨਹੀਂ, ਇੱਥੇ ਕਦੇ ਵੀ ਬਾਦਲ ਦਾ ਰਾਜ ਨਹੀਂ ਸੀ, ਇੱਥੇ ਕਦੇ ਵੀ ਮਨਮੋਹਨ ਸਿੰਘ ਦਾ ਰਾਜ ਨਹੀਂ ਸੀ, ਕਦੇ ਵੀ ਕਾਂਗਰਸ ਦਾ ਰਾਜ ਨਹੀਂ ਸੀ, ਕਦੇ ਵੀ ਬੀਜੇਪੀ ਦਾ ਰਾਜ ਨਹੀਂ। ਇੱਥੇ ਰਾਜ ਹਮੇਸ਼ਾ ਉਹ ਕਾਰਪੋਰੇਟ ਘਰਾਣਿਆਂ ਦਾ, ਉਹ ਸਰਮਾਏਦਾਰੀ ਲਾਣਾ ਜਿਹੜਾ ਉਹਨਾਂ ਦਾ ਰਾਜ ਹੈ। ਇਹ ਕੌਣ ਨੇ? ਅਸੀਂ ਸਮਝਦੇ ਹਾਂ ਕਿ ਦਲਾਲ ਨੇ, ਇਹ ਦਲਾਲ ਨੇ ਉਹਨਾਂ ਦੇ। ਤੇ ਜਦੋਂ ਉਹਨਾਂ ਦੇ ਦਲਾਲ ਨੇ ਤਾਂ ਇਹ ਕਦੇ ਵੀ ਕਿਸਾਨਾਂ ਨਾਲ ਕਿਉਂ ਖੜਨਗੇ? ਕਿਸਾਨਾਂ ਨਾਲ ਖੜਨਾ ਇਹਨਾਂ ਦੀ ਮਜਬੂਰੀ। ਜਿਵੇਂ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਮਤਾ ਪਾਤਾ, ਬਾਂਹ ਮਰੋੜ ਕੇ ਮਤਾ ਪਵਾਇਆ। ਸਿਮਰਤ ਕੌਰ ਨੇ ਅਸਤੀਫਾ ਦਿੱਤਾ, ਬਾਂਹ ਮਰੋੜ ਕੇ ਅਸਤੀਫਾ ਦਵਾਇਆ। ਪਰ ਅੰਦਰ ਇਹਨਾਂ ਦਾ ਸਾਰੇ ਇੱਕ ਨੇ, ਸਾਰੇ ਇਹ ਆਰਡੀਨੈਂਸਾਂ ਨੂੰ ਲਾਗੂ ਕਰਵਾ ਕੇ ਰਾਜੀ ਨੇ, ਕਰਵਾਉਣਾ ਚਾਹੁੰਦੇ ਨੇ। ਜੇ ਕਿਸਾਨਾਂ ਦਾ ਵਿਰੋਧ ਨਾ ਹੋਇਆ ਤੇ ਟਿੱਲ ਲਾਉਣਗੇ ਉਹਨੂੰ ਕਰਵਾਉਣ ਤੱਕ ਵੀ। ਸੋ ਕਿਸਾਨਾਂ ਨਾਲ ਕੋਈ ਨਹੀਂ ਹੈਗਾ ਇਹਨਾਂ ਚੋਂ। ਜੇਕਰ ਆਮ ਲੋਕਾਂ ਦੀ ਵੇਖੀਏ, ਜਿਹੜੇ ਅਕਾਲੀ ਦਲ ਨਾਲ ਸੰਬੰਧਿਤ ਨੇ, ਉਹ ਕਹਿੰਦੇ ਸੁਖਬੀਰ ਸਿੰਘ ਨੇ ਬੜੀ ਦਹਾੜ ਮਾਰੀ ਹੈ ਸ਼ੇਰ ਵਾਲੀ ਉੱਥੇ ਜਾ ਕੇ। ਜਿਹੜੇ ਆਮ ਪਾਰਟੀ ਵਾਲੇ ਉਹ ਕਹਿੰਦੇ ਸਾਡਾ ਭਗਵੰਤ ਜਿਹੜਾ ਮਾਨ ਹੈ ਉਹ ਸ਼ੇਰ ਦੀ ਤਰ੍ਹਾਂ ਗੜਕਿਆ। ਤੇ ਜਿਹੜੇ ਕੈਪਟਨ ਨਾਲ ਜੁੜੇ ਉਹ ਕਹਿੰਦੇ ਵੀ ਕੈਪਟਨ ਕਿਸਾਨਾਂ ਦੇ ਹੱਕ 'ਚ। ਤੁਹਾਨੂੰ ਲੱਗਦਾ ਨਹੀਂ ਫਿਰ ਇਹ ਸਾਰੇ ਜਿਹੜੇ ਉਹਨਾਂ ਦੇ ਲੀਡਰ ਜਿਹੜੇ ਥੱਲੇ ਲੈਵਲ ਦੇ ਹੈਗੇ ਨੇ ਉਹਨਾਂ ਨੂੰ ਗੁੰਮਰਾਹ ਕਰ ਚੁੱਕੇ ਨੇ? ਜਦੋਂ ਆਪਾਂ ਇਸ ਹਿੰਦੁਸਤਾਨ ਦੀ ਆਰਥਿਕਤਾ ਦੀ ਗੱਲ ਕਰਨੇ ਆ ਤਾਂ ਉਹ ਕਿਸਾਨ ਦੇ ਸਿਰ ਤੇ ਆ। ਕੁਝ ਨਹੀਂ ਬਚੇਗਾ ਇੱਥੇ, ਕਿਸਾਨ ਨਹੀਂ ਹੋਵੇਗਾ ਤੇ ਕੁਝ ਵੀ ਨਹੀਂ ਬਚੇਗਾ। ਜਿਹੜੀ ਇਹਨੇ ਵੋਟਾਂ ਵਾਲਾ ਟੋਕਰਾ ਹੈ ਨਾ, ਉਹ ਵੀ ਕਿਸਾਨਾਂ ਦੇ ਹੱਥ 'ਚ ਹੀ ਹੈ। ਹੁਣ ਜਿਹੜਾ ਸਾਰੇ ਆਪੋ ਆਪਣਿਆਂ ਨੂੰ ਕਹੀ ਜਾ ਰਹੇ ਨੇ, ਉਹ ਸਾਰਿਆਂ ਨੂੰ ਵੋਟਾਂ ਵਾਲਾ ਟੋਕਰਾ ਦਿਸਦਾ ਪਿਆ। ਦਹਾੜ ਵਾਲੀ ਗੱਲ ਕੋਈ ਦਹਾੜ ਵਾਲੀ ਗੱਲ ਕਿਹੜੀ ਦਹਾੜ ਵਾਲੀ ਗੱਲ? ਜੇ ਦਹਾੜ ਵਾਲੀ ਗੱਲ ਸੀ, ਅੱਜ ਇਹਦੇ ਤੇ ਦਿੰਦਾ ਅਸਤੀਫਾ, ਇਹਦੇ ਨਾਲੋਂ ਹੁੰਦੇ ਵੱਖ ਕਿ ਅਸੀਂ ਤੁਹਾਡੇ ਜਿਹੜਾ ਸਾਡਾ ਸਮਰਥਨ ਹੈ ਵਾਪਸ ਲੈਂਦੇ ਆ ਪਈ ਤੁਹਾਡੀ ਪਾਰਲੀਮੈਂਟ, ਅਸੀਂ ਪਾਰਲੀਮੈਂਟ ਤੋਂ ਅਸਤੀਫਾ, ਤੁਹਾਡੀ ਪਾਰਲੀਮੈਂਟ ਦੇ ਵਿੱਚ ਅਸੀਂ ਨਹੀਂ ਆਉਂਦੇ। ਇਹਦੇ ਵਿਰੋਧ 'ਚ ਪਾਉਣੇ ਆ ਵੋਟ। ਖੁੱਲ੍ਹ ਕੇ ਆਉਣ ਔਰ ਇਹ ਗੱਲ ਕਹਿਣ ਕਿ ਮੋਦੀ ਕਾਰਪੋਰੇਟ ਘਰਾਣਿਆਂ ਦਾ ਯਾਰ ਹੈ, ਸਰਮਾਏਦਾਰਾਂ ਦਾ ਯਾਰ ਹੈ, ਕਿਸਾਨਾਂ ਦਾ ਦੁਸ਼ਮਣ ਹੈ। ਮੈਂ ਕਹਿੰਦਾ ਜੇ ਇਹ ਕਿਸਾਨਾਂ ਦੇ ਨਾਲ ਹੈ, ਦੋ ਨਾਲ ਤਾਂ ਨਹੀਂ। ਅਸੀਂ ਕਿਸਾਨ ਮੰਨਦੇ ਹਾਂ ਕਿ ਮੋਦੀ ਸਾਡਾ ਦੁਸ਼ਮਣ ਹੈ, ਬੀਜੇਪੀ ਸਾਡੀ ਦੁਸ਼ਮਣ ਹੈ, ਅਸੀਂ ਮੰਨਣੇ ਆ। ਤਾਂ ਜੇ ਸਾਡਾ ਸੱਜਣ ਬਣਦਾ ਏ ਸ਼੍ਰੋਮਣੀ ਅਕਾਲੀ ਦਲ, ਉਹਦਾ ਮੁੱਖ ਬੁਲਾਰਾ ਏ ਸੁਖਬੀਰ ਸਿੰਘ ਬਾਦਲ, ਤਾਂ ਦੁਸ਼ਮਣ ਦਾ ਜਿਹੜਾ ਦੋਸਤ ਦਾ ਦੁਸ਼ਮਣ, ਇਹ ਦੁਸ਼ਮਣ ਹੁੰਦਾ ਹੈ ਨਾ। ਅਸੀਂ ਉਹਦੇ ਦੋਸਤਾਂ ਤੇ ਫਿਰ ਉਹਨਾਂ ਨੂੰ ਐਲਾਨੇ ਮੋਦੀ ਨੇ ਬੀਜੇਪੀ ਨੂੰ ਦੁਸ਼ਮਣ ਦਾ ਐਲਾਨ ਕਰਨ ਵੀ ਬੀਜੇਪੀ ਸਾਡੀ ਦੁਸ਼ਮਣ ਹੈ। ਕਿਉਂ ਨਹੀਂ ਕਰਦੇ? ਕਿਉਂਕਿ ਅੰਦਰੋਂ ਇੱਕ ਨੇ। ਨਹੀਂ ਕਹਿੰਦੇ ਕਿ ਉਂਝ ਕਹਿੰਦੇ ਸਾਡਾ ਸਮਝੌਤਾ ਨਹੀਂ। ਸਮਝੌਤਾ ਨਹੀਂ, ਬਸ ਉਹ ਵੀ ਕਹਿ ਰਹੇ ਕਿ ਵਜ਼ੀਰੀ ਤੋਂ ਅਸਤੀਫਾ ਦਿੱਤਾ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਐਮਪੀ ਜਿਹੜਾ ਬਣਿਆ ਸੀ, ਕਹਿੰਦੇ ਸੀ ਪੰਜਾਬ ਦਾ ਜੱਟ ਸਾਡਾ ਇੰਡਸਟਰੀ 'ਚ ਪਹੁੰਚ ਗਈ, ਬੜੀਆਂ ਮੱਲਾਂ ਮਾਰ ਲਈਆਂ। ਜਿਹੜਾ ਸੀਗਾ ਸੰਨੀ ਦਿਓਲ, ਉਹਨੂੰ ਐਮਪੀ ਜਿਤਾਤਾ ਗੁਰਦਾਸਪੁਰ ਏਰੀਆ ਨੇ, ਤੇ ਉਹ ਜਾ ਕੇ ਕੇਂਦਰ ਨਾਲ ਖੜ ਗਿਆ। ਕਿਸਾਨ ਥੱਲੇ ਮਰਦੇ ਪਏ। ਦੇਖੋ ਇਹ ਹੁਣ ਅੱਗੇ ਆਪਾਂ ਕਹਿੰਦੇ ਹਾਂ ਨਾ, ਜਿਹੜਾ ਸਾਡੇ ਪੰਜਾਬੀਆਂ ਦਾ ਬੌਧਿਕ ਵਿਕਾਸ ਹੈ ਨਾ, ਉਹ ਖੜਾ ਹੋਇਆ, ਉਹ ਹੋ ਨਹੀਂ ਰਿਹਾ, ਵਿਕਾਸ ਨਹੀਂ ਹੋ ਰਿਹਾ ਸਾਡੇ ਪੰਜਾਬੀਆਂ ਦਾ। ਪਹਿਲੀ ਗੱਲ ਤਾਂ ਇਹ ਆ, ਜਿਹੜਾ ਇਹ ਆ ਸੰਨੀ ਦਿਓਲ ਧਰਮਿੰਦਰ ਦਾ ਮੁੰਡਾ, ਇਹਦਾ ਪਿਓ ਪੰਜਾਬੀ ਸੀ, ਪੰਜਾਬ ਦੇ ਵਿੱਚੋਂ ਗਏ ਚਲੇ, ਇਹਨਾਂ ਫਿਲਮਾਂ ਕੀਤੀਆਂ, ਉੱਥੇ ਜੰਮੇ ਪਲੇ। ਪੰਜਾਬ ਨਾਲ ਇਹਦਾ ਸਬੰਧ ਕੀ ਹੈ? ਖੇਤੀ ਨਾਲ ਇਹਦਾ ਸਬੰਧ ਕੀ ਹੈ? ਪੋਲਿਟਿਕਸ ਨਾਲ ਇਹਦਾ ਸਬੰਧ ਕੀ ਹੈ? ਕਿਸੇ ਕਿਸਮ ਦਾ ਕਿਸੇ ਚੀਜ਼ ਨਾਲ ਸਬੰਧ ਹੈ? ਉਹਨੂੰ ਚੱਕ ਕੇ ਟਿਕਟ ਦਿੱਤੀ ਐਮਪੀ ਬਣਾਉਣ ਲਈ। ਕਿਉਂ? ਕਿਉਂਕਿ ਉਹਨਾਂ ਨੂੰ ਸਾਡੇ ਬੌਧਿਕ ਵਿਕਾਸ ਬਾਰੇ ਉਹਨਾਂ ਨੂੰ ਗਿਆਨ ਸੀ ਵੀ ਇਹਨਾਂ ਦਾ ਉੱਥੇ ਹੀ ਹੈ, ਛੱਪੜ ਦੇ ਖੜੇ ਪਾਣੀ ਵਰਗਾ। ਭਾਵੇਂ ਗੁਰਦਾਸਪੁਰ ਵਾਲੇ ਗੁੱਸਾ ਹੀ ਕਰਨ ਮੇਰੀ ਇਸ ਗੱਲ ਦਾ। ਉਹਨੂੰ ਚੱਕ ਕੇ ਵੋਟਾਂ ਪਾਤੀਆਂ ਸਿਰਫ ਇਸ ਕਰਕੇ ਕਿ ਧਰਮਿੰਦਰ ਦਾ ਮੁੰਡਾ ਹੈ, ਉਹ ਸੰਨੀ ਦਿਓਲ। ਉਹਨੂੰ ਪੋਲਿਟਿਕਸ ਦੀ, ਖੇਤੀ ਦੀ, ਇੱਕ ਰਤੀ ਦੀ ਵੀ ਅਕਲ ਨਹੀਂ ਹੈਗੀ। ਹੁਣ ਉਹਨਾਂ ਨੇ ਉਹਨੂੰ ਟਿਕਟ ਦਿੱਤੀ ਹੈ। ਕਿਉਂ ਟਿਕਟ ਦਿੱਤੀ? ਅਸਲ 'ਚ ਇਹ ਫਿਲਮਾਂ ਵਾਲਾ ਸਾਰਾ ਚੱਕਰ ਹੈ ਕੀ ਹੈ? ਵੇਖੋ ਮੈਂ ਸਮਝਣਾ, ਇਹ ਫਿਲਮਾਂ ਵਾਲੇ, ਇਹ ਕ੍ਰਿਕਟ ਵਾਲੇ, ਇਹ ਸਾਡੇ ਧਾਰਮਿਕ ਬਾਬੇ, ਇਹ ਸਾਰੇ ਨੇ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਦਲਾਲ। ਇਹ ਮੋਦੀ ਹਰੀ, ਇਹ ਦਲਾਲਾਂ ਦੇ ਅੱਗੇ ਫਿਰ ਦਲਾਲ ਨੇ। ਜਿੰਨੇ ਫਿਲਮਾਂ ਵਾਲੇ ਨੇ ਬਾਲੇ, ਮਤਲਬ ਕੋਈ ਦੋ ਚਾਰ ਨੂੰ ਛੱਡ ਕੇ, ਜਿਹੜੇ ਅੱਜ ਕਿਸਾਨਾਂ ਦੇ ਹੱਕ 'ਚ ਬੋਲਦੇ ਨੇ। ਪਰ ਇਹ ਫਿਲਮਾਂ ਵਾਲਾ ਪੂਰਾ ਢਾਂਚਾ ਜਿਹੜਾ ਸਿਰਜਿਆ ਹੋਇਆ ਹੈ, ਕਾਰਪੋਰੇਟ ਘਰਾਣਿਆਂ ਦਾ ਸਮਾਨ ਵਿਕਾਉਣਾ, ਕ੍ਰਿਕਟ ਰਾਹੀਂ ਉਹਨਾਂ ਦਾ ਸਮਾਨ ਵਿਕਾਉਣਾ, ਇਹ ਬਾਬਿਆਂ ਰਾਹੀਂ ਲੋਕਾਂ ਦੀ ਸਮਝ ਨੂੰ ਖੁੰਡਾ ਕਰਨਾ। ਸੋ ਇਹਨਾਂ ਦੇ ਦਲਾਲਾਂ ਦੇ ਦਲਾਲ ਨੇ। ਤਾਂ ਤੁਸੀਂ ਬਾਬਿਆਂ ਦੀ ਗੱਲ ਕੀਤੀ ਹੈ ਕਿ ਬਾਬੇ ਦੀ ਗੱਲ ਤੇ ਆਉਣੇ ਆ ਕਿ ਜਿਹੜੇ ਬਾਬੇ ਨਾਨਕ ਦੇ ਨਾਮ ਤੇ ਧੰਦੇ ਕਰਦੇ ਨੇ। ਕਹਿੰਦੇ ਸਾਡੇ ਬਾਬੇ ਨਾਨਕ ਨੇ ਖੇਤੀ ਕੀਤੀ ਸੀ, ਅਸੀਂ ਹੱਥੀਂ ਕਿਰਤ ਕਰਦੇ ਹਾਂ। ਜਦੋਂ ਕਰਤਾਰਪੁਰ ਵਾਲਾ ਲਾਂਘਾ ਖੁੱਲਿਆ, ਬੜੇ ਚਾਵਾਂ ਦੇ ਨਾਲ ਕਹਿੰਦੇ ਵੀ ਉੱਥੇ ਖੇਤੀ ਕੀਤੀ। ਉਹ ਵੇਖਣ ਗਏ, ਕੀ ਅੱਜ ਤੁਹਾਡੇ ਨਾਲ ਨੇ ਉਹ? ਵੇਖੋ ਜੀ, ਸਾਨੂੰ ਭੁਲੇਖਾ ਹੈ ਕਿ ਉਹ ਬਾਬੇ ਨਾਨਕ ਦੇ ਯਾਰ ਨੇ, ਪਰ ਅਸਲ 'ਚ ਬਾਬੇ ਨਾਨਕ ਦੇ ਯਾਰ ਨਹੀਂ ਗੇ। ਉਹ ਬਾਬੇ ਨਾਨਕ ਦੇ, ਉਹ ਤਾਂ ਅਬਦਾਲੀ ਦੇ ਯਾਰ ਨੇ, ਉਹ ਤਾਂ ਬਾਬਰ ਦੇ ਯਾਰ ਨੇ। ਹੁਣ ਵੇਖੋ, ਇਹ ਜਦੋਂ ਲਾਂਘਾ ਖੋਲ੍ਹਿਆ ਸੀ, ਕਹਿੰਦੇ ਸੀ ਜ਼ਮੀਨ ਦੇਖਣੀ। ਅੱਜ ਤੋਂ 550 ਸਾਲ ਪਹਿਲੋਂ
ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਦੀ ਧਰਤੀ ਤੇ ਇੱਕ ਨਾਰਾ ਦਿੱਤਾ ਸਾਨੂੰ, ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ। ਉਹ ਇੱਕ ਨਾਰਾ ਸੀ, ਉਹ ਕੋਈ ਬਾਬਾ ਨਾਨਕ ਜੀ ਬੈਠੇ ਬੈਠੇ ਉੱਠ ਕੇ ਕੋਈ ਬੋਲੇ ਹੋਏ ਦੋ ਸ਼ਬਦ ਨਹੀਂ ਸੀ, ਉਹ ਇੱਕ ਨਾਰਾ ਸੀ। ਕਿਉਂ ਐਨੀ ਭੁੱਖਮਰੀ ਸੀ ਉਹਨਾਂ ਸਮਿਆਂ ਦਾ, ਅਸੀਂ ਇਤਿਹਾਸ ਪੜ੍ਹਨੇ ਨਾ, ਕਿੰਨੀਆਂ ਅਕਾਲ ਪੈਂਦੇ ਸੀ, ਲੋਕ ਭੁੱਖੇ ਮਰਦੇ ਸੀ। ਤਾਂ ਗੁਰੂ ਨਾਨਕ ਸਾਹਿਬ ਨੇ ਇਹ ਨਾਰਾ ਦਿੱਤਾ ਕਿ ਕਿਰਤ ਕਰੋ, ਪੈਦਾ ਕਰੋ, ਇਹ ਲੋਕ ਭੁੱਖੇ ਮਰ ਰਹੇ ਨੇ ਯਾਰ, ਕਿਸਾਨੋਂ ਪੈਦਾ ਕਰੋ, ਵੰਡ ਛਕੋ, ਇਹਨਾਂ ਨੂੰ ਖਵਾਓ, ਆਪ ਖਾਓ ਤੇ ਇਹਨਾਂ ਨੂੰ ਖਵਾਓ, ਤੇ ਨਾਮ ਜਪੋ, ਮਸ਼ਵਰਾ ਕਰੋ। ਨਾਮ ਜਪਣ ਦਾ ਅੱਜ ਜਿਹੜੇ ਬਾਬਿਆਂ ਨੇ ਸਾਡਿਆਂ ਨੇ ਬਣਾਤਾ ਰੂਪ ਕਿ ਉੱਪਰ ਦੀ ਖੇਸ ਲੈ ਕੇ ਵੈਗਰੂ ਵੈਗਰੂ ਵੈਗਰੂ, ਉਹ ਵੈਗਰੂ ਦਾ ਵੀ ਪਤਾ ਨਹੀਂ ਕੀ ਕੁਛ ਬਣਾ ਦਿੰਦੇ ਨੇ, ਕਈਆਂ ਦਾ ਤਾਂ ਸਮਝ ਨਹੀਂ ਆਉਂਦਾ, ਵੈਗਰੂ ਕਹਿੰਦੇ ਕਿ ਹਗਰੂ ਹਗਰੂ ਕਹਿੰਦੇ ਨੇ। ਸੋ ਨਾਮ ਜਪਣਾ ਅਸੀਂ ਨਹੀਂ ਮੰਨਦੇ, ਉਹ ਨਾਮ ਜਪਣਾ ਸਾਰੇ ਲੋਕ ਇਕੱਠੇ ਬਹਿਣ, ਆਪੋ ਆਪਣਾ ਵਿਚਾਰ ਦੇਣ। ਗੁਰੂ ਨਾਨਕ ਸਾਹਿਬ ਦਾ ਉਹ ਜਿਹੜਾ ਨਾਰਾ ਹੈ ਉਹਦੇ ਤੇ ਅਸੀਂ ਪਹਿਰਾ ਕਿਵੇਂ ਦੇਣਾ, ਉਹਨੂੰ ਜਿਉਂਦਾ ਕਿਵੇਂ ਰੱਖਣਾ, ਇਹ ਗੱਲ ਹੋਵੇ। ਇਹ ਆ ਅੱਜ ਕੱਲ੍ਹ ਦੇ ਹੁਣ ਬਾਬੇ ਕੀ ਨੇ, ਮੈਂ ਇਹ ਗੱਲੇ ਅੱਜ ਕੱਲ੍ਹ ਇਹ ਗੱਲ ਮੈਂ ਕਈ ਜਗ੍ਹਾ ਤੇ ਕੀਤੀ ਹੈ। ਲੋੜ ਇਹ ਸੀ ਕਿ ਬਾਬੇ ਨਾਨਕ ਦੇ ਜੇ ਉਸ ਨਾਰੇ ਨੂੰ ਜਿਉਂਦਾ ਰੱਖਣਾ ਹੈ ਤਾਂ ਬਾਬੇ ਨਾਨਕ ਵਰਗੇ ਬਣਨਾ ਪਏਗਾ। ਤਾਂ ਅਸੀਂ ਸਾਰੇ ਕਿਸਾਨ ਬਾਬੇ ਨਾਨਕ ਦੇ ਪੈਰਾਂ ਤੇ ਪੈਰ ਰੱਖੇ, ਅਸੀਂ ਬਣੇ ਉਹਦੇ ਵਰਗੇ, ਅਸੀਂ ਕਿਰਤ ਕੀਤੀ, ਵੰਡ ਕੇ ਛਕਿਆ ਹੈ, ਨਾਮ ਜਪਿਆ ਹੈ। ਹੁਣ ਇਹ ਜਿਹੜੇ ਬਾਬੇ ਨੇ ਇਹਨਾਂ ਨੇ ਬੰਨਾ ਪੈਣਾ ਸੀ ਗੁਰੂ ਨਾਨਕ ਸਾਹਿਬ ਵਰਗਾ, ਤੇ ਗੁਰੂ ਨਾਨਕ ਸਾਹਿਬ ਬੰਨਾ ਤਾਂ ਬੜਾ ਔਖਾ ਹੈ, ਬੜਾ ਪਸੀਨਾ ਆਉਂਦਾ, ਗਰਮੀਆਂ ਸਰਦੀਆਂ, ਪੈਰੋਂ ਨੰਗੇ, ਬੜਾ ਕੁਛ ਕਰਨਾ ਪੈਂਦਾ। ਇਹ ਕਰ ਸਕਦੇ ਸੀ? ਨਹੀਂ ਸੀ ਕਰ ਸਕਦੇ। ਤਾਂ ਇਹਨਾਂ ਨੇ ਕੀ ਕੀਤਾ, ਬਾਬੇ ਨਾਨਕ ਨੂੰ ਆਪਦੇ ਵਰਗਾ ਕਰ ਲਿਆ। ਇਹਨਾਂ ਨੇ ਹੁਣ ਬਾਬੇ ਨਾਨਕ ਨੂੰ ਬੜਾ ਪੋਲਾ ਜਿਹਾ ਸ਼ਾਹੂਕਾਰ ਸੇਠ, ਲਾਲ ਰੰਗ ਦਾ ਸਾਫ਼ ਜਿਹਾ ਜਿਵੇਂ ਹੁੰਦਾ ਨਾ, ਉਹ ਬਣਾ ਦੇ ਵਿੱਚ ਜਿਹੜੀਆਂ ਵਿਆਹੀਆਂ ਸੀ ਉਹ ਨਹੀਂ ਦਿਸਦੀਆਂ ਨਾ, ਉਹ ਬਣਾ ਕੇ ਪੇਸ਼ ਕਰਤਾ ਕਿ ਵੇਖੋ ਜੀ ਅਸੀਂ ਗੁਰੂ ਨਾਨਕ ਵਰਗੇ ਹਾਂ, ਗੁਰੂ ਨਾਨਕ ਸਾਡੇ ਵਰਗਾ, ਅਸੀਂ ਗੁਰੂ ਨਾਨਕ ਵਰਗੇ। ਸਾਡੇ ਨਾਲ ਇਹ ਨਹੀਂ ਖੜੇ। ਮੈਨੂੰ ਇਹ ਲੱਗਦਾ ਕਿ ਸਾਡੇ ਨਾਲ ਖੜਨਾ ਇਹਨਾਂ ਨੂੰ ਚਾਹੀਦਾ ਵੀ ਨਹੀਂ ਸੀ। ਇਮਾਨਦਾਰੀ ਇਹਨਾਂ ਦੀ, ਕਿਉਂਕਿ ਜਿਹਦਾ ਖਾਈਏ ਉਹਦੇ ਗੁਣ ਗਾਈਏ। ਜਦੋਂ ਇਹ ਖਾ ਕਾਰਪੋਰੇਟ ਘਰਾਣਿਆਂ ਦਾ ਰਹੇ ਨੇ, ਬੇਸ਼ੱਕ ਦਿੰਦੇ ਅਸੀਂ ਹਾਂ, ਪਰ ਇਹ ਨੌਕਰ ਕਾਰਪੋਰੇਟ ਘਰਾਣਿਆਂ ਦੇ ਨੇ, ਸਰਕਾਰ ਦੇ ਨੇ। ਜਿਵੇਂ ਆਪਾਂ ਕਿਹਾ ਨਾ ਕਿ ਸਰਕਾਰ ਹੈ, ਸਰਕਾਰ ਕਦੇ ਵੀ ਅਦਾਨੀ ਅੰਬਾਨੀ ਦੀ ਨਹੀਂ ਸੀ, ਸਰਕਾਰ ਕਾਰਪੋਰੇਟ ਘਰਾਣਿਆਂ ਦੀ ਸੀ, ਸਰਕਾਰ ਸਰਮਾਏਦਾਰਾਂ ਦੀ ਸੀ। ਇਹ ਸਾਰੇ ਦਲਾਲ ਨੇ ਉਹਨਾਂ ਦੇ, ਮੋਦੀ, ਕੈਪਟਨ, ਅਰਲੇ ਪਰਲੇ ਸਾਰੇ ਦਲਾਲ ਨੇ। ਉਹਨਾਂ ਦਲਾਲਾਂ ਨੇ ਅੱਗਾ ਸਾਡੇ ਧਾਰਮਿਕ ਆਗੂ ਨੇ ਜਿਹੜੇ ਇਹ ਦਲਾਲ ਰੱਖੇ ਹੋਏ ਨੇ, ਕ੍ਰਿਕਟ ਵਾਲੇ ਦਲਾਲ ਰੱਖੇ ਹੋਏ ਨੇ, ਫਿਲਮਾਂ ਵਾਲੇ ਦਲਾਲ ਰੱਖੇ ਹੋਏ ਨੇ, ਆਸ਼ਰਮਾਂ ਵਾਲੇ ਦਲਾਲ ਰੱਖੇ ਹੋਏ ਨੇ। ਸੋ ਜਦੋਂ ਇਹ ਦਲਾਲ ਉਹਨਾਂ ਦੇ ਨੇ, ਪੈਦਾ ਉਹਨਾਂ ਦੇ ਕੀਤੇ ਨੇ, ਨੌਕਰੀ ਉਹਨਾਂ ਦੀ ਕਰਨਗੇ, ਤਾਂ ਇਹਨਾਂ ਖੜਨਾ ਉਹਨਾਂ ਦੇ ਨਾਲ ਹੀ ਸੀ। ਅੱਜ ਇੱਕ ਵੀ ਬਾਬਾ ਕਿਸੇ ਦੇ ਮੂੰਹ ਇੱਕ ਵੇਰਾ ਨਹੀਂ ਸਰਿਆ ਕਿ ਗੁਰੂ ਨਾਨਕ ਸਾਹਿਬ ਦੇ ਨਾਰੇ ਨੂੰ ਖਤਰਾ ਹੈ, ਨਹੀਂ ਸਰਿਆ। ਨਾ ਗੁਰੂ ਨਾਨਕ ਸਾਹਿਬ ਦਾ ਹੱਟੀ ਚਲਾਉਣੀ ਹੈ ਬਾਬੇ ਨਾਨਕ ਸਾਹਿਬ ਦੇ ਨਾਂ ਤੇ, ਬਿਜ਼ਨਸ ਚਲਾਉਣਾ ਬਾਬੇ ਨਾਨਕ ਸਾਹਿਬ ਦੇ ਨਾਂ ਤੇ, 1.5 ਕਰੋੜ ਦੀ ਗੱਡੀ ਬਾਬੇ ਨਾਨਕ ਸਾਹਿਬ ਦੇ ਨਾਂ ਤੇ, 70,000 ਦੀ ਐਨਕ, 1.5 ਲੱਖ ਦੀ ਘੜੀ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਗੁਰੂ ਨਾਨਕ ਸਾਹਿਬ ਦੇ ਨਾਰੇ ਨੂੰ ਖਤਰਾ ਹੈ। ਅੱਜ ਇਹਨਾਂ ਦੀ ਜ਼ਬਾਨ ਨਹੀਂ ਖੁੱਲੀ। ਮੈਂ ਕਹਿੰਦਾ ਪੰਜਾਬ ਦੇ ਕਿਸਾਨਾਂ ਨੂੰ, ਆਉਣ ਵਾਲੇ ਸਮੇਂ ਤੇ ਇਹਨਾਂ ਦੇ ਮੂੰਹ ਤੇ ਮਾਰੋ, ਇਹਨਾਂ ਦੀ ਔਕਾਤ ਯਾਦ ਕਰਾਓ ਕਿ ਤੁਸੀਂ ਬਾਬੇ ਨਾਨਕ ਦਾ ਸਿਰਫ ਨਾਂ ਲੈਂਦੇ ਜੇ, ਚੇਲੇ ਤੁਸੀਂ ਬਾਬਰ ਦੇ ਜੇ। ਜੀ ਬਿਲਕੁਲ, ਜਿਵੇਂ ਹੁਣ ਗੱਲਾਂ ਆਮ ਲੋਕ ਕਰਦੇ ਨੇ, ਉਹ ਕਹਿੰਦੇ ਨੇ ਕਿ ਕਿਸਾਨ ਯੂਨੀਅਨ ਜਿਹੜੀਆਂ ਬਹੁਤ ਜ਼ਿਆਦਾ ਹੈਗੀਆਂ ਨੇ, 30 ਤੋਂ ਪਲੱਸ ਸ਼ਾਇਦ ਕਿੰਨੀਆਂ ਦੱਸਦੇ ਨੇ, ਉਹ ਕਹਿੰਦੇ ਨੇ ਵੀ ਇਹ ਜਦੋਂ ਕੋਈ ਗੱਲ ਆਉਂਦੀ ਹੈ ਵੀ ਅੱਜ ਕਰੀਏ ਗੱਲ, ਤੇ ਵਿਪਤਾ ਬਹੁਤ ਵੱਡੀ ਕਿਸਾਨਾਂ ਤੇ। ਅੱਜ ਕਿਸਾਨ ਯੂਨੀਅਨ ਸਾਰੀਆਂ ਇਕੱਠੀਆਂ ਹੈਗੀਆਂ, ਇਕੱਠੀਆਂ ਹੋ ਕੇ ਕੇਂਦਰ ਦੇ ਖਿਲਾਫ ਲੜ ਰਹੀਆਂ। ਵੇਖੋ ਜੀ, ਇਹ ਲੋਕਾਂ ਦੀ ਗੱਲ ਬੜੇ ਲੰਮੇ ਸਮੇਂ ਤੋਂ ਸੀ। ਹੁਣ ਕਿੰਨਾ ਇੱਕ ਯਤਨ ਕੀਤਾ ਕਿ ਪੂਰੇ ਹਿੰਦੁਸਤਾਨ ਲੈਵਲ ਦੀ ਇੱਕ ਜਥੇਬੰਦੀ ਬਣੀ, ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ। ਉਹਦੇ ਵਿੱਚ ਪੂਰੇ ਹਿੰਦੁਸਤਾਨ ਦੀਆਂ 260 ਤੋਂ ਵੱਧ ਜਥੇਬੰਦੀਆਂ ਸ਼ਾਮਲ ਨੇ, ਜਿਹੜੀਆਂ ਸਾਰੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ। ਉਹ ਸਾਰੀਆਂ 250 ਤੋਂ ਵੱਧ ਜਥੇਬੰਦੀਆਂ ਇਕੱਠੀਆਂ ਹੋ ਗਈਆਂ। ਕਿੰਨੀ ਲੜਾਈ ਸੌਖੀ ਹੋ ਗਈ, ਕਿੰਨਾ ਲੜਾਈ ਦਾ ਜਿਹੜਾ ਰੂਪ ਹੈ ਉਹ ਵੱਡਾ ਹੋ ਗਿਆ। ਜੇ ਪੰਜਾਬ ਦੀ ਗੱਲ ਕਰਨੀ ਹੋਵੇ, ਪੰਜਾਬ ਦੇ ਵਿੱਚ ਲੋਕ ਹਿੱਤਾਂ ਲਈ ਲੜਨ ਵਾਲੀਆਂ ਜਿਹੜੀਆਂ ਜਥੇਬੰਦੀਆਂ ਨੇ, ਇਹ ਪਿਛਲੇ 7 ਸਾਲਾਂ ਤੋਂ ਇੱਕ ਪਲੇਟਫਾਰਮ ਤੇ ਇਕੱਠੀਆਂ ਨੇ। ਤੁਸੀਂ ਕਦੇ ਵੇਖ ਲੋਗੇ ਹੁਣ ਇਹ ਜਿਹੜੇ ਅਕਾਲੀ ਕਾਂਗਰਸੀ ਨੇ, ਕਦੇ ਕਿਸੇ ਕਿਸਾਨ ਜਥੇਬੰਦੀ ਦੇ ਇੱਕ ਲੀਡਰ ਦੇ ਮੂੰਹੋਂ ਦੂਜੀ ਕਿਸਾਨ ਜਥੇਬੰਦੀ ਦੀ ਵਿਚਾਰਧਾਰਾ, ਉਹਦੇ ਲੀਡਰਾਂ ਦੇ ਖਿਲਾਫ ਕਿਸੇ ਤਰ੍ਹਾਂ ਦਾ ਕੂੜ ਪ੍ਰਚਾਰ ਨਹੀਂ। ਹਰ ਸਟੇਜ ਤੇ ਇਕੱਠੇ ਆ ਜਿਹੜੀ ਬਿਪਤਾ ਬਣੀ ਹੈ ਹੁਣ, ਇਹਦੇ ਵਿੱਚ 30 ਦੇ ਕਰੀਬ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ, 30 ਦੇ ਕਰੀਬ, ਜਿਨ੍ਹਾਂ ਨਾਲ ਸਾਰੀਆਂ ਦੇ ਵਿਚਾਰ ਆਪਸ ਸਾਂਝੇ ਨਹੀਂ ਗਏ। ਪਰ ਅਸੀਂ ਇਹ ਫੈਸਲਾ ਕਰ ਲਿਆ, ਕਿਸਾਨ ਜਥੇਬੰਦੀਆਂ ਨੇ, ਸਾਡੇ ਵਿਚਾਰ ਕਈਆਂ ਨਾਲ ਨਹੀਂ ਰਲਦੇ, ਸਾਡਾ ਲਾਈਨ ਦਾ ਫਰਕ ਹੈ, ਸਾਰਾ ਕੁਛ ਹੈ, ਪਰ ਜਿਹੜੀ ਆ ਮੁਸੀਬਤ, ਇਹਨੂੰ ਆਓ ਆਪਾਂ ਸਾਰੇ ਰਲ ਕੇ ਇਕੱਠੇ ਲੜੀਏ, ਇਹ ਮੋਰਚਾ ਜਿੱਤੀਏ, ਤੇ ਫਿਰ ਜਿੱਥੇ ਵਖਰੇਵੇਂ ਹੋਣਗੇ ਵਖਰੇਵੇਂ ਰੱਖ ਲਵਾਂਗੇ, ਉਹਦੇ ਆਧਾਰ ਤੇ ਲੜ ਲਵਾਂਗੇ। ਇਹ ਕਈ ਵਾਰ ਇਲਜ਼ਾਮ ਵੀ ਲੱਗਦੇ ਨੇ ਕਿ ਜਦੋਂ ਕੋਈ ਕੰਮ ਨੇਪਰੇ ਚੜ੍ਹਦਾ ਤਾਂ ਜਿਹੜੇ ਇਹਨਾਂ ਦੇ ਆਗੂ ਨੇ ਕਿਤੇ ਨਾ ਕਿਤੇ ਸਮਝੌਤੇ ਕਰ ਜਾਂਦੇ।
ਇਹ ਉਹਨਾਂ ਦਾ ਫੈਲਾਇਆ ਹੋਇਆ ਝੂਠ ਹੈ। ਮੈਂ ਬੜੀ ਸਪਸ਼ਟ ਗੱਲ ਹੈ, ਮੇਰੀ ਉਮਰ ਹੋ ਗਈ ਹੈ 48 ਸਾਲ। ਪਹਿਲੋਂ ਨਾ ਇੱਕ ਹੁੰਦੇ ਸੀ ਬੂਟਾ ਗੱਪੀ, ਉਹ ਝੂਠ ਬੜੇ ਮਾਰਦਾ ਸੀ। ਇੱਕ ਪੰਜਾਬ ਸਰਕਾਰ ਦਾ ਮਹਿਕਮਾ ਹੁੰਦਾ ਸੀ ਲੋਕ ਸੰਪਰਕ ਵਿਭਾਗ। ਉਹਦਾ ਕੰਮ ਕੀ ਅਸਲ 'ਚ ਹੁੰਦਾ ਸੀ ਕਿ ਲੋਕਾਂ ਨਾਲ ਸੰਪਰਕ ਕਰਨਾ, ਲੋਕਾਂ ਦੀਆਂ ਮੁਸ਼ਕਲਾਂ ਸਰਕਾਰ ਤੱਕ ਪਹੁੰਚਾਉਣੀਆਂ, ਕਿਉਂਕਿ ਉਦੋਂ ਇੰਨੇ ਸਾਧਨ ਨਹੀਂ ਸੀ, ਆਪਣਾ ਫੋਨ ਵਗੈਰਾ ਨਹੀਂ ਸੀ, MLA MP ਆਮ ਨਹੀਂ ਸੀ ਆਉਂਦੇ, ਉਦੋਂ MLA ਤਾਂ ਕਦੇ ਗੇੜਾ ਮਾਰਦਾ ਸੀ। ਸੋ ਲੋਕਾਂ ਦੀਆਂ ਮੁਸ਼ਕਲਾਂ ਸਰਕਾਰ ਤੱਕ ਪਹੁੰਚਾਉਣੀਆਂ ਉਹਦਾ ਕੰਮ ਸੀ। ਸਮਾਂ ਬਦਲਦਿਆਂ ਉਹਦਾ ਕੰਮ ਕੀ ਕਰ ਦਿੱਤਾ? ਉਹਦਾ ਕੰਮ ਇਹ ਕਰਤਾ ਕਿ ਤੋਰੀਆਂ ਤੇ ਸੱਪ ਆ ਗਿਆ, ਤੋਰੀਆਂ ਨਹੀਂ ਖਾਣੀਆਂ, ਪੁੱਠੇ ਪੈਰਾਂ ਵਾਲੀ ਚੜੇਲ ਆ ਗਈ, ਉਹ ਨਹੀਂ ਕਰਨਾ ਜੀ, ਇਸ ਤਰ੍ਹਾਂ ਹੋ ਗਿਆ, ਉਸ ਤਰ੍ਹਾਂ ਹੋ ਗਿਆ। ਉਹਦਾ ਕੰਮ ਕੀ ਸੀ ਕਿ ਜਿਹੜੀ ਲੋਕਾਂ ਦੀ ਡਿਮਾਂਡ ਏ ਹੁਣ ਉਹਨੂੰ ਪੁੱਠੇ ਪੈਰੀ ਕਿਵੇਂ ਪਾਉਣਾ। ਤੁਸੀਂ ਵੇਖ ਲਿਆ ਪਿੱਛੇ ਜੇ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜ ਤੇ ਉਹਦਾ ਰੂਪ ਬਦਲਦਾ ਗਿਆ। ਉਹ ਜਿਹੜਾ ਮਹਿਕਮਾ ਅੱਜ ਵੀ ਹੈਗਾ ਲੋਕ ਸੰਪਰਕ ਵਿਭਾਗ, ਔਰ ਅੱਜ ਵੀ ਪੂਰੀ ਤਨਦੇਹੀ ਨਾਲ ਕੰਮ ਕਰਦਾ ਹੈ, ਪਰ ਅੱਜ ਲੋਕਾਂ ਨਾਲ ਸੰਪਰਕ ਦਾ ਨਹੀਂ, ਅੱਜ ਜਿਹੜਾ ਲੋਕਾਂ ਦੀਆਂ ਡਿਮਾਂਡਾਂ ਨੇ ਉਹਨਾਂ ਤੇ ਮਿੱਟੀ ਕਿਵੇਂ ਪਾਉਣੀ, ਉਹਨਾਂ ਨੂੰ ਭੁਲਾਉਣਾ ਕਿਵੇਂ ਆ। ਜਿਹੜਾ ਝੂਠ ਲੰਮੇ ਸਮੇਂ ਤੋਂ ਫੈਲਾਇਆ ਗਿਆ ਕਿ ਆਗੂ ਰਲ ਜਾਂਦੇ ਨੇ, ਇਹ ਵਿਕ ਜਾਂਦੇ ਨੇ, ਇਹ ਪੈਸੇ ਲੈ ਲੈਂਦੇ ਨੇ। ਮੈਂ ਇਹ ਕਹਿਣਾ ਕਿ ਪਿਛਲੇ 32 ਸਾਲਾਂ ਦੇ ਵਿੱਚ ਜਿਹੜੇ ਲੋਕ ਕਰਦੇ, ਪਤਾ ਗੱਲ ਕੌਣ ਨੇ? ਜਿਹੜੇ ਤਾਸ਼ਾਂ ਕੁੱਟਣ ਵਾਲੇ, ਜਿਨ੍ਹਾਂ ਕਰਨਾ ਨਹੀਂ ਕੁਛ, ਉੱਠਣਾ ਨਹੀਂ ਕਿਤੇ, ਜਾਣਾ ਨਹੀਂ ਕਿਤੇ, ਸਲਾਹ ਦੇਣਗੇ ਇੰਜ ਕਰੋ ਇੰਜ ਕਰੋ ਇੰਜ ਕਰੋ। ਤੁਸੀਂ ਕੀ ਕਰਦੇ ਜੇ? ਮੇਰੇ ਕੋਲ ਤਾਂ ਟਾਈਮ ਨਹੀਂ, ਸਾਡੇ ਕੋਲ ਟਾਈਮ ਨਹੀਂ, ਦੂਜਿਆਂ ਨੂੰ ਸਲਾਹਾਂ ਦੇਣਗੇ। ਚਲੋ ਉਹ ਇਹ ਗੱਲ ਕਰ ਕੌਣ ਰਿਹਾ? ਜਿਹੜੇ ਤਾਸ਼ ਕੁੱਟਦੇ ਨੇ। ਸੋ ਇਹ ਜਿਹੜਾ ਮੈਂ ਕਹਿੰਦਾ ਪਿਛਲੇ 32 ਸਾਲ ਦਾ ਇੱਕ ਵੀ ਕੇਸ ਪੰਜਾਬ ਦੇ ਵਿੱਚ, ਇੱਕ ਵੀ ਕੇਸ ਕੋਈ ਦੱਸੇ ਕਿ ਕਿਸੇ ਜਥੇਬੰਦੀ ਦੇ ਆਗੂ ਨੇ ਕਿਸੇ ਵੀ ਘੋਲ ਨੂੰ ਠਿੱਬੀ ਲਾਈ ਹੋਵੇ, ਲੜਨ ਵਾਲੀਆਂ ਜਥੇਬੰਦੀਆਂ ਜਿਹੜੀਆਂ ਨੇ ਠਿੱਬੀ ਲਾਈ ਹੋਵੇ, 1 ਰੁਪਈਏ ਦਾ ਵੀ ਕਿਤੇ ਘਾਟਾ ਵਾਦਾ ਕਿਤੇ ਕੀਤਾ ਹੋਵੇ। ਹੁਣ ਮੇਰੀ ਗੱਲ ਸੁਣੋ ਤੁਸੀਂ, ਮਨਜੀਤ ਨੇਰ ਦਾ ਸਾਰਿਆਂ ਨੂੰ ਪਤਾ, ਸਜ਼ਾ ਹੋ ਗਈ ਉਹਨਾਂ ਨੂੰ ਉਮਰ ਕੈਦ ਦੀ। ਮਹਿਲ ਕਲਾ ਦਾ ਕੇਸ ਸੀ, ਮਹਿਲ ਕਲਾ ਵਾਲੇ ਕੇਸ ਦੇ ਵਿੱਚ ਸਾਡੇ ਉਹਨਾਂ ਆਗੂਆਂ ਨੂੰ 30-30 40-40 ਕਿੱਲੇ ਜ਼ਮੀਨ ਦਾ ਲਾਲਚ, ਇੱਕ ਟੱਕ 30-40 ਕਿੱਲੇ ਜ਼ਮੀਨ ਦਾ ਲਾਲਚ, ਔਰ ਸਾਡੇ ਆਗੂਆਂ ਨੇ ਥੁੱਕਿਆ ਤੱਕ ਨਹੀਂ ਉਹਦੇ ਉੱਤੇ। ਸਾਡਾ ਪਿਰਥੀਪਾਲ ਚੱਕ ਅਲੀ ਸ਼ੇਰ ਸ਼ਹੀਦ ਹੁੰਦਾ ਏ ਜ਼ਮੀਨ ਦੀ ਨਿਲਾਮੀ ਦੇ ਕੇਸ ਦੇ ਉੱਤੇ। ਉਹਦੇ ਵਿੱਚ ਜਿਹੜੇ ਆੜਤੀਏ ਨੇ ਉਹ ਅਰਬਾਂਪਤੀ ਆੜਤੀਏ ਨੇ। ਸਾਡੇ ਕਿਸਾਨ ਲੀਡਰਾਂ ਨੂੰ 10-10 ਕਰੋੜ ਦੀ ਰਿਸ਼ਵਤ ਤੱਕ ਦੀਆਂ ਆਫਰਾਂ, ਅਸੀਂ ਉਹਦੇ ਸਬੂਤ ਦੇ ਸਕਨੇ ਹਾਂ, ਔਰ ਥੁੱਕਿਆ ਤੱਕ ਨਹੀਂ ਸਾਡੇ ਕਿਸਾਨਾਂ ਨੇ। ਵੇਖੋ ਅਸੀਂ ਲੋਕ ਆ ਜਿਹੜੇ, ਅਸੀਂ ਕੋਈ ਵੀ ਪੈਸੇ ਵਾਸਤੇ ਨਹੀਂ ਇਸ ਇੱਥੇ ਹੈਗਾ। ਬਿਲਕੁਲ, ਇੱਥੇ ਇੱਕ ਗੱਲ ਆਪਾਂ ਕਰਦੇ, ਤਾਸ਼ ਕੁੱਟਣ ਵਾਲੀ ਗੱਲ ਕੀਤੀ ਸੀ। ਜੇਕਰ ਸੱਥ ਦੇ ਵਿੱਚ ਵੇਖੀਏ ਤਾਂ ਤਾਸ਼ ਕੁੱਟਣ ਵਾਲੇ 40 ਤੋਂ 50 ਜਿਹੜੇ ਬੰਦੇ ਹਰੇਕ ਪਿੰਡ ਦੇ ਵਿੱਚ ਦੇਖਣ ਨੂੰ ਮਿਲਣਗੇ, ਜਿਨ੍ਹਾਂ ਦੀ ਦੁਪਹਿਰ ਦਾ ਰੋਟੀ ਵੀ ਜਿਹੜੀ ਨਾਲ ਕਈ ਵਾਰ ਆਉਂਦੀ ਹੈ, ਤੇ ਜਾਂ ਪਿੱਛੋਂ ਆਵਾਜ਼ਾਂ ਮਾਰ ਕੇ ਗਾਲਾਂ ਕੱਢ ਕੇ ਮੁੰਡੇ ਜਿਹੜੇ ਘਰਾਂ ਨੂੰ ਲੈ ਕੇ ਜਾਂਦੇ ਵੀ ਉਹ ਨਾ ਜਾ ਕਰੇ, ਰਿਸ਼ਤੇਦਾਰ ਆਏ ਆ, ਕੀ ਉਹ ਸਾਥ ਦੇ ਰਹੇ ਨੇ? ਦੇਖੋ ਜੀ, ਇਹ ਜਿਹੜਾ ਸਮਾਜ ਨੇ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ ਉਦੋਂ ਪਹਿਲੋਂ ਤੋਂ ਲੈ ਕੇ ਵੀ 3 ਧਿਰਾਂ ਰਹੀਆਂ ਨੇ। ਇੱਕ ਧਿਰੇ ਜਿਹਨੇ ਲੜਨਾ ਹੈ, ਇੱਕ ਧਿਰੇ ਜਿਹਨੇ ਖੜ ਕੇ ਵੇਖਣਾ ਹੈ, ਉਹਨੇ ਲੜਨਾ ਨਹੀਂਗਾ। ਜੇ ਫਾਇਦਾ ਹੋਇਆ ਲੜਾਈ ਦਾ ਤਾਂ ਉਹਨਾਂ ਸਭ ਤੋਂ ਅੱਗੇ ਜਾ ਕੇ ਉਹਦਾ ਫਾਇਦਾ ਲੈ ਲੈਣਾ, ਜੇ ਨੁਕਸਾਨ ਹੋਇਆ ਤਾਂ ਉਹਨਾਂ ਸਭ ਤੋਂ ਪਹਿਲਾਂ ਜਾ ਕੇ ਅੰਦਰ ਵੜ ਜਾਣਾ। ਇੱਕ ਧਿਰੇ ਜਿਹਨੇ ਲੱਤਾਂ ਖਿੱਚਣੀਆਂ ਨੇ, ਜਿਨ੍ਹਾਂ ਨੇ ਕੋਲ ਲੜਦਿਆਂ ਦੀਆਂ ਵੀ ਲੱਤਾਂ ਖਿੱਚਣੀਆਂ ਨੇ। ਸੋ ਸਦੀਆਂ ਤੋਂ 3 ਧਿਰਾਂ ਰਹੀਆਂ ਨੇ, ਇਹ 3 ਧਿਰਾਂ ਅੱਜ ਵੀ ਹੈਗੀਆਂ ਨੇ। ਲੜਨ ਵਾਲੇ ਵੀ ਲੋਕ ਨੇ, ਖੜ ਕੇ ਵੇਖਣ ਵਾਲੇ, ਤਾਸ਼ ਕੁੱਟਣ ਵਾਲੇ ਵੀ ਨੇ, ਤਾਸ਼ ਕੁੱਟਣ ਵਾਲਿਆਂ ਦੇ ਵਿੱਚ ਹੀ ਲੱਤਾਂ ਖਿੱਚਣ ਵਾਲੇ ਵੀ ਨੇ। ਪਰ ਮੈਂ ਇੱਕ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਕਿ ਲੋਕਾਂ ਦੇ ਵਿੱਚ ਜਿਉਂਦਾ ਕੌਣ ਰਹੇਗਾ? ਲੜਨ ਵਾਲਾ। ਯਾਦ ਕੌਣ ਰਹੇਗਾ? ਲੜਨ ਵਾਲਾ। ਅੱਜ ਇਤਿਹਾਸ ਫਰੋਲ ਲਓ। ਅਸੀਂ ਆਪਦਾ ਇਤਿਹਾਸ ਹਰ ਜਗ੍ਹਾ ਤੇ ਗੁਰੂ ਨਾਨਕ ਸਾਹਿਬ ਤੋਂ ਹੀ ਜੇ ਸ਼ੁਰੂ ਕਰੀਏ ਤਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਆਉਂਦਿਆਂ ਬਾਬਾ ਬੰਦਾ ਸਿੰਘ ਬਹਾਦਰ ਜੀ ਹਰਾਂ ਤੋਂ ਲੈ ਕੇ ਗਦਰੀ ਬਾਬੇ, ਅਕਾਲੀ ਬਾਬੇ, ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਸਾਰਿਆਂ ਦੇ ਵਿੱਚ ਅੱਜ ਜਿੰਨੇ ਵੀ ਲੋਕ ਜਿਉਂਦੇ ਨੇ ਉਹ ਲੜਨ ਵਾਲੀ ਧਿਰ ਨਾਲ ਖੜੇ ਸੀ। ਖੜ ਕੇ ਵੇਖਣ ਵਾਲੇ, ਲੱਤਾਂ ਖਿੱਚਣ ਵਾਲਿਆਂ ਚੋਂ ਇੱਕ ਵੀ ਅੱਜ ਤੁਹਾਨੂੰ ਜਿਉਂਦਾ ਨਹੀਂ ਦਿਸੇਗਾ। ਸੋ ਜਿਉਣ ਦਾ ਢੰਗ ਇਹ ਆ ਕਿ ਲੜਿਆ ਜਾਵੇ। ਸੋ ਅਸੀਂ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਦਿਆਂਗੇ, ਇਹ 3 ਧਿਰਾਂ ਰਹਿਣੀਆਂ ਨੇ। ਖੜ ਕੇ ਵੇਖਣ ਵਾਲਿਆਂ ਵੱਲ ਵੇਖਣ ਦੀ ਲੋੜ ਨਹੀਂ, ਲੱਤਾਂ ਖਿੱਚਣ ਵਾਲਿਆਂ ਨੂੰ ਜਵਾਬ ਦਿਓ ਔਰ ਲੜਨ ਵਾਲੀ ਧਿਰ ਦੇ ਨਾਲ ਖੜੋ, ਕਿਉਂਕਿ ਅਸੀਂ ਔਲਾਦ ਲੜਨ ਵਾਲੀ ਧਿਰ ਦੇ ਹਾਂ। ਅਸੀਂ ਔਲਾਦ ਗੁਰੂ ਨਾਨਕ ਸਾਹਿਬ ਦੀਆਂ, 10ਵੇਂ ਪਾਤਸ਼ਾਹ ਦੀਆਂ, ਅਸੀਂ ਉਹਨਾਂ ਦੀ ਔਲਾਦ ਹਾਂ। ਉਹ ਲੜਨ ਵਾਲੀ ਧਿਰ ਨਾਲ ਖੜੇ ਨੇ ਔਰ ਸਾਡਾ ਫਰਜ਼ ਹੈ ਅੱਜ ਲੜਨ ਵਾਲੀ ਧਿਰ ਦੇ ਨਾਲ ਖੜਿਆ ਜਾਏ।
ਜੀ ਬਿਲਕੁਲ, ਇਹ ਸਨ ਹਰਨੇਕ ਸਿੰਘ ਮਹਿਮਾ ਜਿਨ੍ਹਾਂ ਨੇ ਗੱਲਬਾਤ ਕਰਕੇ ਦੱਸਿਆ ਕਿ ਕਿਸਾਨਾਂ ਤੇ ਕਿੰਨੀਆਂ ਵਿਪਤਾ ਬਣੀਆਂ ਹੋਈਆਂ। ਜਿਹੜੇ ਲੀਡਰ ਹੈਗੇ ਨੇ ਸਿਰਫ ਆਪਦੀ ਸਿਆਸਤ ਦੇ ਲਈ ਜੋ ਬਿਆਨਬਾਜ਼ੀ ਕਰਦੇ ਨੇ ਉਹ ਕਰਦੇ ਨੇ, ਪਰ ਸੜਕਾਂ ਤੇ ਆ ਕੇ ਕਿਸਾਨਾਂ ਦੇ ਹੱਕ ਵਿੱਚ ਕੋਈ ਵੀ ਨਹੀਂ ਖੜਦਾ, ਕਿਉਂਕਿ ਇਹਨਾਂ ਦੇ ਵੱਡੇ ਵੱਡੇ ਕਾਰੋਬਾਰ ਨੇ, ਧਨਾੜ ਨੇਤਾ ਨੇ, ਵਪਾਰੀ ਨੇ, ਇਹਨਾਂ ਨੇ ਸਭ ਕੁਝ ਜਿਹੜਾ ਵਪਾਰ ਕਰਕੇ ਸਾਨੂੰ ਫਿਰ ਲੁੱਟਣਾ ਖਸੁੱਟਣਾ। ਤੇ ਜਿਹੜੀਆਂ ਇਹ ਆਰਡੀਨੈਂਸ ਜਾਰੀ ਕੀਤੇ ਨੇ, ਆਰਡੀਨੈਂਸ ਜਾਰੀ ਨਹੀਂ ਹੋਏ, ਕਿਸਾਨਾਂ ਲਈ ਜਿਹੜੀ ਆ ਉਹ ਕਬਰ ਪੁੱਟੀ ਗਈ ਆ। ਇਹਦੇ ਵਿੱਚ ਜਿਹੜਾ ਬਚੇਗਾ ਉਹ ਜਿਹੜਾ ਸੰਘਰਸ਼ ਕਰੇਗਾ, ਜਿਹੜਾ ਨਹੀਂ ਸੰਘਰਸ਼ ਕਰੇਗਾ ਜਾਂ ਤਾਸ਼ਾਂ ਕੋਟਲੀਆਂ ਤੇ ਜਾਂ ਚੁਗਲੀ ਨਿੰਦਿਆ ਕਰ ਲਈ, ਉਹ ਤਾਂ ਵੇਖੋ ਜੀ ਇਸ ਘੋਲ ਦੇ ਵਿੱਚ ਹੀ ਨਹੀਂਗਾ, ਤੇ ਉਹ ਕਿੱਥੇ ਉਹਦਾ ਨਾਮ ਜਿਹੜਾ ਉਹ ਰਹਿੰਦੀ ਦੁਨੀਆ ਤੱਕ ਰਹੂਗਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।